मीनाक्षी चौधरी ਦੀ ਲਿਖੀ ਅਰੁਣ ਬਾਲਾ ਰਾਹੀਂ ਅਨੁਵਾਦਿਤ ਪੁਸਤਕ ਹੈ ਕੈਂਸਰ ਨਾਲ ਮੇਰੀ ਜੰਗ। 14ਵਾਂ ਅੰਗ। ਗੰਜੀ ਤਾਂ ਹੋਈ ਪਰ ਭੱਜੀ ਨਹੀਂ। I wept because I had no shoes until I saw a man who had no feet. Ancient Persian saying। ਵਾਲ ਉੱਡਣਾ, ਵਿਗ ਤੇ ਹੋਰ। ਮੈਨੂੰ ਗੰਜੇ ਹੋਣ ਦਾ ਜ਼ਿਆਦਾ ਸਦਮਾ ਨਹੀਂ ਸੀ। ਜਾਨਲੇਵਾ ਕੈਂਸਰ ਦੇ ਮੁਕਾਬਲੇ ਤਾਂ ਕੁਝ ਵੀ ਨਹੀਂ ਸੀ। ਇਹ ਤਾਂ ਲੱਤ ਬਾਂਹ ਜਾਂ ਹੱਥ ਖੋ ਜਾਣ ਦੇ ਬਰਾਬਰ ਵੀ ਨਹੀਂ ਸੀ। ਡਾਕਟਰ ਗੀਤਾ ਨੇ ਪਹਿਲੀ ਵਾਰ ਮੈਨੂੰ ਵਾਲ ਖਤਮ ਹੋਣ ਬਾਰੇ ਦੱਸਿਆ ਤੇ ਇਹਨੂੰ ਬਰਦਾਸ਼ਤ ਕਰਨ ਦੀ ਗੱਲ ਕੀਤੀ। ਮੈਂ ਸੋਚਦੀ ਸੀ ਇਸ ਵਿੱਚ ਬਰਦਾਸ਼ਤ ਕਰਨ ਵਾਲੀ ਕਿਹੜੀ ਗੱਲ ਹੈ। ਜਦੋਂ ਮੇਰੀ ਸਾਰੀ ਦੁਨੀਆ ਖਤਮ ਹੋਣ ਵਾਲੀ ਸੀ ਤਾਂ ਇਹ ਬੜੀ ਮਾਮੂਲੀ ਜਿਹੀ ਗੱਲ ਲੱਗ ਰਹੀ ਸੀ। ਇੱਕ ਕੈਂਸਰ ਮਰੀਜ਼ ਦੇ ਪਤੀ ਰਾਕੇਸ਼ ਨੂੰ ਮਿਲੇ ਤੇ ਕਹਿਣ ਲੱਗੀ ਕਿ ਉਹਨੂੰ ਵਾਲ ਉੱਡਣ ਦੀ ਤਕਲੀਫ ਸਭ ਤੋਂ ਜ਼ਿਆਦਾ ਹੈ ਤੇ ਉਹ ਇਸ ਨਾਲ ਸਮਝੌਤਾ ਨਹੀਂ ਕਰ ਪਾਈ। ਮੈਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ ਕਿ ਜਦੋਂ ਇੰਨਾ ਕੁਝ ਮਾੜਾ ਹੋ ਗਿਆ ਤੇ ਗੰਜੇ ਹੋਣ ਦਾ ਕਾਹਦਾ ਗਮ। ਕੁਝ ਡਾਕਟਰਾਂ ਨੇ ਵੀ ਕਿਹਾ ਕਿ ਵਾਲ ਉੱਡਣ ਦੀ ਗੱਲ ਦਿਲ ਨੂੰ ਨਹੀਂ ਲਗਾਉਣੀ, ਪਰ ਕੀ ਇਹ ਗੱਲ ਇੰਨੀ ਮਹੱਤਵਪੂਰਨ ਹੈ? ਆਪਰੇਸ਼ਨ ਤੋਂ 2 ਦਿਨ ਪਹਿਲਾਂ ਵੀ ਇਸ ਚੀਜ਼ ਦਾ ਜ਼ਿਕਰ ਹੋਇਆ। ਕਈਆਂ ਨੇ ਮੈਨੂੰ ਟੋਪੀ, ਸਕਾਰਫ ਜਾਂ ਦੁਪੱਟਾ ਵਰਤਣ ਲਈ ਕਿਹਾ। ਵਿਗ ਨੂੰ ਸਭ ਤੋਂ ਵਧੀਆ ਕਿਹਾ ਗਿਆ। ਮੇਰੇ ਸੁੰਨ ਪਏ ਦਿਮਾਗ 'ਚ ਵੀ ਥੋੜ੍ਹੀ ਹਰਕਤ ਹੋਈ ਕਿ ਹਾਂ, ਮੈਂ ਵਿਗ ਪਾ ਲਵਾਂਗੀ। ਮੇਰੇ ਦਿਮਾਗ 'ਚ ਮੇਰੇ ਕਾਲਜ ਸਮੇਂ ਦੀ ਸਹੇਲੀ ਦੇ ਪਿਤਾ ਜੀ ਦੀ ਤਸਵੀਰ ਉੱਭਰੀ ਜੋ ਵਿਗ ਪਹਿਨਦੇ ਸਨ। ਜਦੋਂ ਵੀ ਹੋਸਟਲ ਆਉਂਦੇ ਤਾਂ ਅਸੀਂ ਧਿਆਨ ਨਾਲ ਵੇਖਦੇ। ਅਸੀਂ ਇਹ ਕਲਪਨਾ ਕਰਕੇ ਹੀ ਖੁਸ਼ ਹੁੰਦੇ ਰਹਿੰਦੇ ਜੇਕਰ ਤੇਜ਼ ਹਵਾ ਨਾਲ ਉਹ ਵਿਗ ਉੱਡ ਗਿਆ ਜਾਂ ਉਹਨਾਂ ਦੇ ਜ਼ਿਆਦਾ ਝੁਕਣ ਨਾਲ ਥੱਲੇ ਡਿੱਗ ਪਿਆ ਤਾਂ, ਤੇ ਜਾਂ ਫਿਰ ਕਿਸੇ ਨੇ ਲੜਦੇ ਹੋਏ ਉਹਨਾਂ ਦਾ ਵਿਗ ਖਿੱਚ ਲਿਆ ਤਾਂ। ਇਸ ਤਰ੍ਹਾਂ ਅਸੀਂ ਵੱਖ-ਵੱਖ ਮਜ਼ੇਦਾਰ ਦ੍ਰਿਸ਼ਾਂ ਦੀ ਕਲਪਨਾ ਕਰਦੇ ਰਹਿੰਦੇ। ਰਾਕੇਸ਼ ਨੇ ਵਿਗ ਵਾਲੀ ਦੁਕਾਨ ਦਾ ਪਤਾ ਨੋਟ ਕਰ ਲਿਆ। ਫਿਰ ਖਾਸ ਕਿਸਮ ਦੀ ਬਰਾ ਦਾ ਵੀ ਜ਼ਿਕਰ ਹੋਇਆ ਜਿਹੜੀ ਛਾਤੀ ਦੇ ਉਸ ਹਿੱਸੇ 'ਚ ਪੈਡ ਫਿੱਟ ਕਰਨ ਨੂੰ ਚਾਹੀਦੀ ਸੀ ਜਿੱਥੇ ਆਪਰੇਸ਼ਨ ਹੋਇਆ ਸੀ। ਡਾਕਟਰ ਗੀਤਾ ਨੇ ਜਦ ਵਿਗ ਤੇ ਬਰਾ ਦੀ ਗੱਲ ਕੀਤੀ ਤੇ ਮੈਂ ਬੜੀ ਬਹਾਦਰੀ ਨਾਲ ਮੁਸਕਰਾ ਰਹੀ ਸੀ ਕਿ ਸਰੀਰ ਦਾ ਹਿੱਸਾ ਕਢਾਉਣ ਤੋਂ ਪਹਿਲਾਂ ਮੈਂ ਸਾਈਜ਼ ਤੇ ਸਟਾਈਲ ਵੇਖ ਕੇ ਇਹ ਸ਼ਾਪਿੰਗ ਕਰ ਹੀ ਲਵਾਂਗੀ। ਅਸੀਂ ਨੋਇਡਾ 'ਚ ਵਿਗ ਵਾਲੀ ਦੁਕਾਨ ਤੇ ਗਏ। ਇਹ ਕਾਫੀ ਵੱਡਾ ਸ਼ੋਰੂਮ ਸੀ ਜਿਸ 'ਚ ਬੜੇ ਸਮਾਰਟ ਤੇ ਵਧੀਆ ਕੱਪੜੇ ਪਾਈ ਅਸਿਸਟੈਂਟ ਘੁੰਮ ਰਹੇ ਸਨ। ਇੱਥੇ ਕਈ ਬੁੱਤਾਂ ਦੇ ਉੱਪਰ ਵੱਖ-ਵੱਖ ਸਟਾਈਲ, ਘੁੰਗਰਾੜੇ, ਸਿੱਧੇ, ਛੋਟੇ ਵੱਡੇ ਤੇ ਵੱਖ-ਵੱਖ ਰੰਗ, ਕਾਲਾ, ਭੂਰਾ, ਸੁਨਹਿਰਾ ਦੇ ਵਾਲ ਪੁਆਏ ਹੋਏ ਸਨ। ਮੈਨੂੰ ਇੱਕ ਕੈਬਿਨ 'ਚ ਲਿਜਾ ਕੇ ਵੱਡੇ ਸ਼ੀਸ਼ੇ ਅੱਗੇ ਬਿਠਾ ਦਿੱਤਾ ਗਿਆ। ਮੈਂ ਮਹਿਸੂਸ ਕੀਤਾ ਕਿ ਖੁਦ ਨੂੰ ਇੰਨੀ ਚੰਗੀ ਤਰ੍ਹਾਂ ਬਹੁਤ ਦੇਰ ਤੋਂ ਦੇਖਿਆ ਹੀ ਨਹੀਂ ਸੀ। ਮੈਨੂੰ ਇਸ ਤਰ੍ਹਾਂ ਲੱਗਿਆ ਕਿ ਹਰ ਸਮੇਂ ਮੁਸਕਰਾਉਣ ਵਾਲੀ ਮੀਨਾਕਸ਼ੀ ਦੀ ਥਾਂ ਸਾਹਮਣੇ ਕੋਈ ਹੋਰ ਹੀ ਬੇਜਾਨ ਜਿਹੀ ਔਰਤ ਬੈਠੀ ਹੈ। ਰਾਕੇਸ਼ ਨੇ ਡਾਕਟਰ ਗੀਤਾ ਦਾ ਨਾਂ ਲਿਆ ਤਾਂ ਉਸ ਆਦਮੀ ਨੇ ਮੇਰੇ ਵੱਲ ਧਿਆਨ ਨਾਲ ਵੇਖਿਆ ਤੇ ਸਿੱਧੇ ਹੀ ਪੁੱਛਿਆ, ਤੁਹਾਨੂੰ ਕਿਸ ਹੇਅਰ ਸਟਾਈਲ ਵਾਲੇ ਵਾਲ ਚਾਹੀਦੇ ਹੈ? ਮੇਰੀ ਜ਼ੁਬਾਨ ਬੰਦ ਤੇ ਅੱਖਾਂ ਭਰ ਆਈਆਂ। ਉਹਨੇ ਕਿਹਾ, ਦੇਖੋ, ਤੁਹਾਡੇ ਰੋਣ ਦਾ ਕੋਈ ਫਾਇਦਾ ਨਹੀਂ ਹੋਣਾ। ਤੁਹਾਡੇ ਵਾਲ ਮੁੜ ਕੇ ਆਈ ਜਾਣਗੇ। ਤੁਹਾਡੇ ਕੋਲ ਮੌਕਾ ਹੈ ਆਪਣੇ ਹੇਅਰ ਸਟਾਈਲ ਬਦਲ ਸਕੋ। ਪਹਿਲੀ ਕੀਮੋ ਤੋਂ ਬਾਅਦ 15 ਦਿਨਾਂ 'ਚ ਤੁਹਾਡੇ ਵਾਲ ਝੜ ਜਾਣੇ ਹੈ। ਇਹਦਾ ਮਤਲਬ ਤੁਹਾਡੇ ਕੋਲ 1 ਮਹੀਨਾ ਹੈ। ਮੈਨੂੰ ਸਮਝ ਆ ਗਈ ਕਿ ਇਸ ਵਿਗਾਂ ਵਾਲੇ ਕੋਲ ਮੇਰੇ ਵਰਗੇ ਹੋਰ ਮਰੀਜ਼ ਵੀ ਆਉਂਦੇ ਹੋਣਗੇ। ਉਹਦੇ ਸਿੱਧੀ ਗੱਲ ਕਹਿ ਦੇਣ ਦੇ ਬਾਵਜੂਦ ਉਹਨੂੰ ਮਿਲ ਕੇ ਮੇਰਾ ਆਤਮ ਵਿਸ਼ਵਾਸ ਉਸੇ ਤਰ੍ਹਾਂ ਥੋੜ੍ਹਾ ਵਧਿਆ ਜਿਵੇਂ ਰਾਜੀਵ ਗਾਂਧੀ ਹਸਪਤਾਲ ਦੇ PR ਨੂੰ ਮਿਲ ਕੇ ਹੋਇਆ ਸੀ। ਉਹਨੇ ਮੈਨੂੰ ਕਈ ਕਿਸਮ ਦੇ ਵਿਗ ਦਿਖਾਏ ਤੇ ਹਰ ਵਾਰੀ ਨਵੇਂ ਵਿਗ ਨੂੰ ਟਰਾਈ ਕਰਦਿਆਂ ਮੈਂ ਨਿਰਾਸ਼ਾ ਦੀ ਖਾਈ ਤੋਂ ਥੋੜ੍ਹੀ ਉੱਪਰ ਉੱਠ ਰਹੀ ਸੀ। ਆਖਿਰਕਾਰ ਅਸੀਂ ਆਪਣੇ ਪਹਿਲਾਂ ਵਾਲੇ ਸਟਾਈਲ ਦਾ ਵਿਗ ਹੀ ਚੁਣ ਲਿਆ। ਉਹਨੇ ਹਰ ਪਾਸੇ ਤੋਂ ਮੇਰੇ ਸਿਰ ਦਾ ਨਾਪ ਲਿਆ। ਮੈਂ ਬੜੀ ਬੇਚੈਨੀ ਨਾਲ ਉਹਨੂੰ ਵਿਗ ਦੀ ਕੀਮਤ ਪੁੱਛਣਾ ਚਾਹੁੰਦੀ ਸੀ। ਅਜਿਹੀ ਬਿਮਾਰੀ ਹੁੰਦੇ ਹੋਇਆਂ ਵੀ ਪੈਸਿਆਂ ਦੀ ਫਿਕਰ, ਪਰ ਸ਼ਰਮ ਕਾਰਨ ਪੁੱਛ ਨਾ ਸਕੀ। ਮੈਨੂੰ ਪਤਾ ਸੀ ਕਿ ਰਾਕੇਸ਼ ਤਾਂ ਕੀਮਤ ਪੁੱਛਣਗੇ ਹੀ ਨਹੀਂ ਕਿਉਂਕਿ ਮੇਰੇ ਅੱਗੇ ਉਹਨਾਂ ਲਈ ਪੈਸੇ ਦਾ ਕੋਈ ਮਹੱਤਵ ਨਹੀਂ ਸੀ। ਪਰ ਦੁਕਾਨਦਾਰ ਨੇ ਆਪਣੀ ਕਾਰਵਾਈ ਕਰਦੇ ਹੋਏ ਮੈਂ ਰਾਕੇਸ਼ ਨੂੰ ਪੈਸਿਆਂ ਬਾਰੇ ਪੁੱਛਣ ਨੂੰ ਕਿਹਾ ਤਾਂ ਉਹਨਾਂ ਨੇ ਮੋਢੇ ਹਿਲਾ ਕੇ ਖੁਦ ਕਿਹਾ, ਜਦੋਂ ਖਰੀਦਣਾ ਹੀ ਹੈ ਤਾਂ ਕੀ ਫਰਕ ਪੈਂਦਾ ਹੈ? ਮੈਂ ਖਿੱਚ ਕੇ ਹੌਲੀ ਜੀ ਖੁਦ ਇਹ ਸਵਾਲ ਪੁੱਛਿਆ। ਉਹਨੇ ਥੋੜਾ ਜਿਹਾ ਹਿਸਾਬ ਲਗਾ ਕੇ ਕਿਹਾ, ਲਗਭਗ 10,000 ਰੁਪਏ। ਮੈਂ ਹੈਰਾਨੀ ਨਾਲ ਉਹਦੇ ਸ਼ਬਦ ਦੁਹਰਾਏ। 10,000? ਮੇਰਾ ਮੂੰਹ ਖੁੱਲਾ ਹੀ ਰਹਿ ਗਿਆ ਸੀ। ਫਿਰ ਉਹਨੇ ਦੱਸਣਾ ਸ਼ੁਰੂ ਕੀਤਾ ਕਿ ਕਿਵੇਂ ਉਹਦੇ ਵਾਲ
ਬਹੁਤ ਹੀ ਵਧੀਆ ਕੁਆਲਿਟੀ ਦੇ ਤੇ ਤ੍ਰਿਪਤੀ ਤੋਂ ਆਉਂਦੇ ਹਨ। ਮੈਂ ਤਾਂ ਸੋਚਿਆ ਸੀ ਕਿ ਰੇਟ 1000-2000 ਹੋਏਗਾ। ਅਸੀਂ ਕੈਬਿਨ ਤੋਂ ਬਾਹਰ ਨਿਕਲੇ ਤਾਂ ਮੈਂ ਰਾਕੇਸ਼ ਨੂੰ ਕਿਹਾ, ਅਸੀਂ ਕੋਈ ਸਸਤਾ ਵਿਗ ਚੰਡੀਗੜ੍ਹ ਤੋਂ ਖਰੀਦ ਲਾਂਗੇ, ਇਹ ਤਾਂ ਲੁਟੇਰਾ। ਅਸੀਂ ਵਿਗ ਵਾਲੇ ਦੇ ਰਿਸੈਪਸ਼ਨ ਤੇ ਗਏ ਤਾਂ ਸਾਡਾ ਪਤਾ ਤੇ ਫੋਨ ਨੰਬਰ ਲੈ ਕੇ ਸਾਨੂੰ ਵਿਗ ਦੀ ਟਰਾਈ ਲਈ ਆਉਣ ਲਈ ਕਿਹਾ ਗਿਆ। ਵਿਗ ਦੀ ਟਰਾਈ ਦੀ ਗੱਲ ਤੇ ਮੈਨੂੰ ਹਾਸਾ ਆ ਰਿਹਾ ਸੀ। ਬਾਅਦ 'ਚ ਸਾਨੂੰ ਪਤਾ ਲੱਗਾ ਕਿ ਚੰਡੀਗੜ੍ਹ 'ਚ ਤਾਂ ਵਿਗ ਇਸ ਨਾਲੋਂ ਵੀ ਮਹਿੰਗੇ ਤੇ ਘਟੀਆ ਹੈ। ਅਸੀਂ ਦੁਬਾਰਾ ਨੋਇਡਾ ਗਏ ਤਾਂ ਦੀਪੂ ਵੀ ਸਾਡੇ ਨਾਲ ਸੀ। ਦੀਪੂ ਆਪਣੇ ਆਲੇ ਦੁਆਲੇ ਸਭ ਕੁਝ ਦੇਖ ਕੇ ਕਾਫੀ ਪ੍ਰਭਾਵਿਤ ਸੀ। ਮੈਨੂੰ ਇਹ ਦੇਖ ਕੇ ਚੰਗਾ ਲੱਗ ਰਿਹਾ ਸੀ ਕਿ ਵਿਦੇਸ਼ ਤੋਂ ਆਇਆ ਇਹ ਲੜਕਾ ਕਿਵੇਂ ਬਾਰ-ਬਾਰ ਭਾਰਤ 'ਚ ਆਈ ਤਬਦੀਲੀ ਦੀ ਗੱਲ ਕਰ ਰਿਹਾ ਹੈ। ਵਿਗ ਵਾਲੇ ਨੇ ਮੈਨੂੰ ਦੇਖਦੇ ਕਿਹਾ, ਇਹ ਤੁਸੀਂ ਵਾਲਾਂ ਨੂੰ ਕੀ ਕਰ ਲਿਆ? ਆਪਣੇ ਇਸ ਨਵੇਂ ਸਟਾਈਲ ਕਰੂ ਕੱਟ ਤੇ ਮਾਣ ਕਰਦਿਆਂ ਮੈਂ ਕਿਹਾ ਕਿ ਕਟਿੰਗ ਕਰਾਈ ਹੈ। ਉਹਨੂੰ ਸੱਚਮੁੱਚ ਬਹੁਤ ਗੁੱਸਾ ਆਇਆ ਕਿ ਵਿਗ ਬਣਨ ਦੌਰਾਨ ਮੈਂ ਆਪਣਾ ਸਟਾਈਲ ਬਦਲ ਕੇ ਉਹਦੇ ਡਿਜ਼ਾਈਨਰ ਦੀ ਪੂਰੀ ਮਿਹਨਤ ਬੇਕਾਰ ਕਰ ਦਿੱਤੀ ਹੈ। ਹੁਣ ਵਿਗ ਦੁਬਾਰਾ ਬਣਾਉਣਾ ਪੈਣਾ ਸੀ। ਮੈਂ ਤਾਂ ਸੋਚਿਆ ਸੀ ਕਿ ਦੁਕਾਨਦਾਰ ਹੇਅਰ ਸਟਾਈਲ ਬਦਲਣ ਤੋਂ ਝਲਕਦੇ ਆਤਮ ਵਿਸ਼ਵਾਸ ਤੋਂ ਪ੍ਰਭਾਵਿਤ ਹੋਏਗਾ, ਪਰ ਉਹ ਤਾਂ ਬਹੁਤ ਨਾਰਾਜ਼ ਸੀ। ਅਸੀਂ ਬੜੇ ਸ਼ਰਮਿੰਦੇ ਜਿਹੇ ਹੋ ਗਏ। ਦੀਪ ਵੱਖ-ਵੱਖ ਡਿਜ਼ਾਈਨਾਂ ਦੇ ਵਿਗ ਦੇਖ ਕੇ ਬਹੁਤ ਖੁਸ਼ ਸੀ। ਉਹ ਵੱਖ-ਵੱਖ ਵਿਗਾਂ ਵਾਲੇ ਇਸ਼ਾਰਾ ਕਰਕੇ ਮੈਨੂੰ ਵੱਖਰੇ ਰੰਗ ਵਾਲਾ ਲੰਮੇ ਘੁੰਘਰਾਲੇ ਵਾਲਾਂ ਵਾਲਾ ਵਿਗ ਲੈਣ ਨੂੰ ਕਹਿ ਰਿਹਾ ਸੀ। ਮੈਨੂੰ ਖਿਝ ਆ ਰਹੀ ਸੀ। ਮੈਂ ਉਹਨੂੰ ਕਿਹਾ ਕਿ ਇਸ ਤਰ੍ਹਾਂ ਦੇ ਫਿਲਮੀ ਹੇਅਰ ਸਟਾਈਲ ਚੁਣਨ ਨਾਲ ਸਭ ਨੂੰ ਪਤਾ ਚੱਲ ਜਾਏਗਾ ਕਿ ਮੈਂ ਵਿਗ ਪਾਇਆ ਹੋਇਆ। ਪਰ ਦੀਪੂ ਦਾ ਖਿਆਲ ਸੀ ਕਿ ਹੁਣ ਆਪਣਾ ਹੇਅਰ ਸਟਾਈਲ ਬਦਲਣ ਦਾ ਮੌਕਾ ਮਿਲਿਆ ਤਾਂ ਕਿਉਂ ਨਹੀਂ ਵਰਤਦੀ। ਜਦੋਂ ਉਹਦੇ ਪੁੱਛਣ ਤੇ ਮੈਂ ਦੱਸਿਆ ਕਿ ਮੈਂ ਤਾਂ ਪਹਿਲਾਂ ਵਾਲਾ ਹੀ ਸਟਾਈਲ ਚੁਣ ਲਿਆ ਹੈ, ਤਾਂ ਉਹਨੇ ਮੇਰੇ ਵਾਲਾ ਇਸ ਤਰ੍ਹਾਂ ਵੇਖਿਆ ਜਿਵੇਂ ਮੇਰੇ ਵਰਗਾ ਮੂਰਖ ਕੋਈ ਹੋ ਹੀ ਨਹੀਂ ਸਕਦਾ। ਉਹਨੇ ਫਿਰ ਇੱਕ ਵਿਗ ਨੂੰ ਆਸ ਭਰੇ ਤਰੀਕੇ ਨਾਲ ਹੱਥ ਲਗਾਇਆ। ਤੇਰੇ ਕੋਲ ਸਟਾਈਲ ਬਦਲਣ ਦਾ ਮੌਕਾ ਹੈ ਤੇ ਤੂੰ ਫਿਰ ਵੀ ਉਸ ਪੁਰਾਣੇ ਸਟਾਈਲ ਦਾ ਆਰਡਰ ਦੇ ਰਹੀ ਹੈ। ਮੈਂ ਉਸ ਵੱਲ ਘੂਰ ਕੇ ਕਿਹਾ, ਮੈਂ ਪਹਿਲਾਂ ਦੀ ਤਰ੍ਹਾਂ ਹੀ ਦਿਸਣਾ ਚਾਹੁੰਦੀ ਹਾਂ। ਮੈਂ ਆਪਣੇ ਵੱਲ ਲੋਕਾਂ ਦੀਆਂ ਘੂਰਦੀਆਂ ਨਜ਼ਰਾਂ ਨਹੀਂ ਚਾਹੁੰਦੀ। ਵਿਗ ਵਾਲਾ ਆਦਮੀ ਇੱਕ ਭਾਰੀ ਬਿੰਦਾ ਜਿਹਾ ਵਿਗ ਲੈ ਕੇ ਆਇਆ, ਮੇਰੇ ਸਿਰ ਤੇ ਰੱਖਿਆ। ਇਹ ਆਰਡਰ ਦਿੱਤੇ ਵਿਗ ਨਾਲੋਂ ਕਾਫੀ ਵੱਖਰਾ ਸੀ, ਪਰ ਉਹ ਆਦਮੀ ਹਾਲੇ ਵੀ ਬੁੜਬੁੜ ਕਰੀ ਜਾ ਰਿਹਾ ਸੀ। ਤੁਹਾਨੂੰ ਜਿਹਾ ਨਹੀਂ ਕਰਨਾ ਚਾਹੀਦਾ ਸੀ, ਲੋਕ ਕੀ ਕਹਿਣਗੇ। ਮੈਨੂੰ ਸਮਝ ਨਾ ਆਇਆ ਕਿ ਲੋਕੀ ਕਿਸ ਚੀਜ਼ ਬਾਰੇ ਕੀ ਕਹਿਣਗੇ। ਰਾਕੇਸ਼ ਨੇ ਉਹਨੂੰ ਦੱਸਿਆ ਕਿ ਵਾਲ ਕਿਉਂ ਕਟਾਏ ਗਏ, ਪਰ ਉਸ ਆਦਮੀ ਦਾ ਤਰਕ ਸੀ, ਤੁਹਾਨੂੰ ਲੋਕਾਂ ਨੇ ਉਸੇ ਹੇਅਰ ਸਟਾਈਲ 'ਚ ਵੇਖ ਲਿਆ ਤੇ ਹੁਣ ਜਦੋਂ ਤੁਸੀਂ ਵਿਗ ਪਹਿਨੋਗੇ ਤਾਂ ਉਹਨਾਂ ਨੂੰ ਪਤਾ ਚੱਲ ਜਾਏਗਾ ਕਿ ਵਾਲ ਅਸਲੀ ਨਹੀਂ ਹੈ। ਮੈਂ ਹੌਲੀ ਜੀ ਕਿਹਾ, ਕੋਈ ਗੱਲ ਨਹੀਂ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਪਰ ਵਿਗ ਵਾਲੇ ਨੇ ਸਿਰ ਹਿਲਾ ਕੇ ਕਿਹਾ, ਸਾਨੂੰ ਫਰਕ ਪੈਂਦਾ ਹੈ। ਇਹ ਸਾਡਾ ਵਪਾਰ ਹੈ, ਸਾਡੀ ਇੱਜ਼ਤ ਦਾ ਸਵਾਲ ਹੈ। ਲੋਕਾਂ ਨੂੰ ਪਤਾ ਚੱਲਣਾ ਹੀ ਨਹੀਂ ਚਾਹੀਦਾ ਕਿ ਸਾਡੇ ਗਾਹਕ ਨੇ ਵਿਗ ਪਾਇਆ ਹੋਇਆ। ਫਿਰ ਇੱਕ ਔਰਤ ਕੈਬਿਨ 'ਚ ਆਈ। ਉਹਨੇ ਆ ਕੇ ਕਿਹਾ ਕਿ ਭਾਵੇਂ ਉਹਨਾਂ ਨੇ ਹਾਲੇ ਇਸ ਟਰਾਈ ਵਾਲੇ ਵਿਗ ਨੂੰ ਸੈੱਟ ਕਰਨਾ ਹੈ, ਪਰ ਇਹ ਸਿੱਧੇ ਜਿਹੇ ਕੱਟ ਵਾਲਾ ਵਿਗ ਮੇਰੇ ਚੰਗਾ ਨਹੀਂ ਲੱਗਦਾ। ਉਹਨੇ ਮੈਨੂੰ ਹੋਰ ਸੋਹਣੇ ਸਟਾਈਲ ਵਾਲੇ ਡਿਜ਼ਾਈਨ ਦਿਖਾਏ। ਹੁਣ ਉਹਨੇ ਇੱਕ ਵਿਗ ਲਿਆਂਦਾ ਜੋ ਕਿਨਾਰਿਆਂ ਤੋਂ ਛੋਟਾ ਤੇ ਗਰਦਨ ਤੋਂ ਤੇ ਸਟੈਪ ਕਟਿੰਗ ਸੀ। ਉਹਦਾ ਤਰਕ ਸੀ ਕਿ ਗਰਦਨ ਤੇ ਬਹੁਤਾ ਭਾਰ ਵੀ ਨਹੀਂ ਝੱਲਣਾ ਪਏਗਾ। ਮੇਰੇ ਸਿਰ ਤੇ ਰੱਖੇ ਵਿਗ ਤੇ ਜਿਸ ਤਰ੍ਹਾਂ ਉਹ ਪਿਆਰ ਨਾਲ ਹੱਥ ਫੇਰ ਰਹੀ ਸੀ, ਉਹ ਤੋਂ ਲੱਗਦਾ ਸੀ ਕਿ ਉਹ ਸਿਰਫ ਉਹਦਾ ਪੇਸ਼ਾ ਨਹੀਂ ਸੀ। ਦੀਪੂ ਜਦੋਂ ਹਰ ਵਿਗ ਨੂੰ ਲਾਪਰਵਾਹੀ ਨਾਲ ਹੱਥ ਲਾਈ ਜਾ ਰਿਹਾ ਸੀ ਤਾਂ ਉਹਨੇ ਘੂਰ ਕੇ ਕਿਹਾ, ਇਹ ਵਾਲ ਤ੍ਰਿਪਤੀ ਤੋਂ ਆਉਂਦੇ ਹਨ, ਇਸ ਲਈ ਹਰ ਵਾਲ ਪਵਿੱਤਰ ਹੈ। ਅਸੀਂ ਚਾਹੁੰਦੇ ਸੀ ਕਿ ਉਹ ਵਿਗ ਨੂੰ ਕੋਰੀਅਰ ਕਰਵਾ ਦੇਣ। ਬਹੁਤ ਨਾ ਨੁੱਕਰ ਕਰਦੇ ਹੋਏ ਉਹਨੇ ਹਾਂ ਕਰਤੀ, ਪਰ ਨਾਲ ਹੀ ਤਾਕੀਦ ਕੀਤੀ, ਪਰ ਤੁਹਾਨੂੰ ਵਿਗ ਦੀ ਸਹੀ ਦੇਖਭਾਲ, ਧੋਣਾ, ਸਾਫ਼ ਕਰਨਾ, ਕੰਡੀਸ਼ਨ ਕਰਨਾ ਸਿੱਖਣਾ ਪਏਗਾ। ਅੱਜ ਤੱਕ ਮੈਂ ਆਪਣੇ ਵਾਲ ਕਦੀ ਕੰਡੀਸ਼ਨ ਨਹੀਂ ਕੀਤੇ ਸੀ, ਪਰ ਹੁਣ ਮੈਨੂੰ ਇੱਕ ਵਿਗ ਲਈ ਸਾਰਾ ਕੁਝ ਕਰਨਾ ਪੈ ਰਿਹਾ ਸੀ। ਹੁਣ ਇੱਕ ਸਹਾਇਕ ਲੜਕੀ ਆਈ ਤੇ ਹੱਥ 'ਚ ਫੜੇ ਸ਼ਾਵਰ ਨਾਲ ਸਾਡੇ ਸਾਹਮਣੇ ਇੱਕ ਵਿਗ ਧੋ ਕੇ ਦਿਖਾਇਆ। ਉਹ ਨਾਲ ਹੀ ਸਾਨੂੰ ਨਿਰਦੇਸ਼ ਦਿੰਦੀ ਰਹੀ ਕਿ ਕੰਘਾ ਤੇ ਬ੍ਰਸ਼ ਵਧੀਆ ਕਿਸਮ ਦੇ ਹੋਣੇ ਚਾਹੀਦੇ ਹੈ। ਸ਼ੈਂਪੂ ਤੇ ਕੰਡੀਸ਼ਨਰ ਸਿਰਫ ਡਵ ਜਾਂ ਪੈਂਟੀਨ ਕੰਪਨੀ ਦਾ ਹੋਵੇ। ਤੇਲ ਸਿਰਫ ਬਦਾਮ ਦਾ ਹੀ ਲਗਾਉਣਾ ਹੈ। ਮੈਂ ਅੱਜ ਤੱਕ ਆਪਣੇ ਵਾਲਾਂ ਦੀ ਕਦੇ ਖਾਸ ਸੰਭਾਲ ਨਹੀਂ ਕੀਤੀ ਸੀ। ਇਹਨਾਂ ਨਕਲੀ ਵਾਲਾਂ ਲਈ ਉਹ ਇਹ ਕੁਝ ਕਰਨਾ ਪੈਣਾ ਸੀ, ਪਰ ਜਿਸ ਸਤਿਕਾਰ ਨਾਲ ਉਹ ਵਿਗ ਨੂੰ ਫੜ ਰਹੇ ਸੀ, ਉਹਨੇ ਸਾਨੂੰ ਕੁਝ ਵੀ ਬੋਲਣ ਤੋਂ ਰੋਕ ਦਿੱਤਾ। 10,000 ਰੁਪਏ ਦੇ ਕੇ ਅਸੀਂ ਥੱਕ ਕੇ ਬਾਹਰ ਆ ਗਏ। ਦੀਪੂ ਕਹਿਣ ਲੱਗਾ, ਇੱਥੇ ਤਾਂ ਬਿਮਾਰੀ ਤੋਂ ਇਲਾਵਾ ਹੋਰ ਗੱਲਾਂ ਦਾ ਵੀ ਬਹੁਤ ਬੋਝ ਹੈ। ਕਿਸਮਤ ਦਾ ਕਿਹੋ ਜਿਹਾ ਖੇਡ ਹੈ। ਇਸ ਨਕਲੀ ਵਿਗ ਲਈ ਤਾਂ 3 ਘੰਟੇ ਇੰਨੇ ਪੈਸੇ ਤੇ ਸਬਰ ਖਰਚ ਕੀਤਾ, ਜਦਕਿ ਆਪਣੇ ਅਸਲੀ ਵਾਲਾਂ ਦੀ ਮੈਂ ਕਦੀ ਪਰਵਾਹ ਨਹੀਂ ਕੀਤੀ। ਆਪਣੇ ਵਾਲਾਂ ਦਾ ਜਿਹਾ ਲਾਡ ਕਰਨ ਦੀ ਮੇਰੇ ਕੋਲ ਕੋਈ ਕਮੀ ਨਹੀਂ ਸੀ, ਪਰ ਆਪਣੇ
ਇਸ ਸਿਰ ਦੇ ਤਾਜ ਲਈ ਮੈਂ ਹਮੇਸ਼ਾ ਸੁਸਤੀ ਰੱਖੀ। ਲਗਭਗ 40 ਸਾਲਾਂ ਤੱਕ ਮੈਂ ਇਹਨਾਂ ਲਈ ਲਾਪਰਵਾਹੀ ਰੱਖੀ, ਪਰ ਹੁਣ ਜਦੋਂ ਇਹਨਾਂ ਨੇ ਖਤਮ ਹੋ ਜਾਣਾ ਹੈ ਤਾਂ ਮੈਂ ਇਹਨਾਂ ਦੀ ਕੀਮਤ ਪਾ ਰਹੀ ਸੀ। ਪਹਿਲਾਂ ਕੀਮੋ ਤੋਂ 6 ਦਿਨਾਂ ਬਾਅਦ ਜਦੋਂ ਇਨਫੈਕਸ਼ਨ ਕਾਰਨ ਮੈਨੂੰ PGI ਦਾਖਲ ਰਹਿਣਾ ਪਿਆ ਤੇ ਦੂਜੀ ਕੀਮੋ ਨੇੜੇ ਆ ਰਹੀ ਸੀ ਤਾਂ ਮੈਨੂੰ ਘਬਰਾਹਟ ਹੋਣੀ ਸ਼ੁਰੂ ਹੋਈ ਕਿ ਮੇਰੇ ਵਾਲ ਡਿੱਗ ਕਿਉਂ ਨਹੀਂ ਰਹੇ। ਹਰ ਰੋਜ਼ ਹਸਪਤਾਲ 'ਚ ਬੈਠੀ ਮੈਂ ਵਾਲ ਖਿੱਚ ਕੇ ਦੇਖਦੀ, ਪਰ ਉਸੇ ਤਰ੍ਹਾਂ ਮਜ਼ਬੂਤ ਸਨ। ਰਾਕੇਸ਼ ਨੇ ਕਿਤਾਬਾਂ ਤੇ ਇੰਟਰਨੈਟ ਤੇ ਲੋਕਾਂ ਦੇ ਤਜਰਬੇ ਪੜ੍ਹ ਕੇ ਸੁਣਾਏ ਕਿ ਕਿਵੇਂ ਇੱਕ ਔਰਤ ਜਦੋਂ ਸਵੇਰੇ ਉੱਠੀ ਤਾਂ ਸਿਰਹਾਣੇ ਤੇ ਵਾਲ ਝੜੇ ਸਨ। ਇੱਕ ਜਦੋਂ ਬਾਥਰੂਮ 'ਚ ਸ਼ਾਵਰ ਨਾਲ ਨਹਾਉਣ ਲੱਗੀ ਤਾਂ ਪਾਣੀ ਦੇ ਜ਼ੋਰ ਨਾਲ ਗੁੱਛਿਆਂ 'ਚ ਵਾਲ ਥੱਲੇ ਡਿੱਗਣੇ ਸ਼ੁਰੂ ਹੋ ਗਏ। ਕੁਝ ਦੇ ਵਾਲ ਉਤਰਨ ਨੂੰ 2-3 ਦਿਨ ਲੱਗ ਗਏ, ਕੁਝ ਤਾਂ ਪਹਿਲਾਂ ਹੀ ਗੰਜੇ ਹੋ ਗਏ ਸਨ, ਪਰ ਮੇਰੇ ਨਾਲ ਤਾਂ ਕੁਝ ਅਜਿਹਾ ਹੋ ਵੀ ਨਹੀਂ ਰਿਹਾ ਸੀ। ਮੈਨੂੰ ਘਬਰਾਹਟ ਹੋਣ ਲੱਗੀ ਕਿ ਕੀਮੋ ਦੀ ਦਵਾਈ ਵੀ ਸਹੀ ਹੈ ਜਾਂ ਨਹੀਂ, ਕਿਧਰੇ ਮੇਰੀ ਬਿਮਾਰੀ ਜ਼ਿਆਦਾ ਗੁੰਝਲਦਾਰ ਤਾਂ ਨਹੀਂ। ਹੁਣ ਤਾਂ ਮੈਂ ਚਾਹੁੰਦੀ ਸੀ ਵਾਲ ਡਿੱਗਣ, ਪਰ ਉਹ ਮੇਰੀ ਖੋਪੜੀ ਨਾਲ ਚਿਪਕੇ ਹੋਏ ਸੀ। ਮੈਨੂੰ ਦਵਾਈ ਦੇ ਨਕਲੀ ਹੋਣ ਦਾ ਡਰ ਸਤਾਉਣ ਲੱਗਾ। ਜਦੋਂ ਮੈਨੂੰ ਦੂਜੀ ਕੀਮੋ ਤੋਂ 3 ਦਿਨ ਪਹਿਲਾਂ ਛੁੱਟੀ ਦਿੱਤੀ ਜਾਣੀ ਸੀ ਤਾਂ ਇੱਕ ਸੀਨੀਅਰ ਡਾਕਟਰ ਦੂਜੇ ਡਾਕਟਰਾਂ ਦੇ ਨਾਲ ਗੇੜਾ ਲਾਉਣ ਆਈ। ਮੈਂ ਇੱਕਦਮ ਪੁੱਛਿਆ, ਮੇਰੇ ਵਾਲ ਕਿਉਂ ਨਹੀਂ ਡਿੱਗ ਰਹੇ? ਉਹਨੇ ਸਾਰਿਆਂ ਨੇ ਮੇਰੇ ਵੱਲ ਬਹੁਤ ਹੀ ਤਰਬਕ ਕੇ ਦੇਖਿਆ। ਡਾਕਟਰ ਨੇ ਬੜੇ ਵਿਅੰਗ ਨਾਲ ਪੁੱਛਿਆ, ਕਿਉਂ, ਤੈਨੂੰ ਇਹ ਡਿੱਗਦੇ ਚਾਹੀਦੇ? ਫਿਰ ਆਪਣੀ ਟੀਮ ਵੱਲ ਵੇਖ ਕੇ ਕਿਹਾ, ਲਓ, ਇਹਨੂੰ ਵਾਲਾਂ ਦੇ ਨਾ ਡਿੱਗਣ ਦੀ ਫਿਕਰ ਹੈ। ਮੈਂ ਬਹੁਤ ਕੱਚੀ ਜੀ ਹੋ ਗਈ, ਪਰ ਅਗਲੇ ਹੀ ਦਿਨ ਘਰ ਜਾ ਕੇ ਵਾਲ ਡਿੱਗਣੇ ਸ਼ੁਰੂ ਹੋ ਗਏ। ਕਹਿਣ 'ਚ ਅਜੀਬ ਲੱਗਦਾ ਹੈ, ਪਰ ਮੈਂ ਸੁੱਖ ਦਾ ਸਾਹ ਲਿਆ। ਸਵੇਰੇ ਜਦੋਂ ਮੈਂ ਰੋਜ਼ਾਨਾ ਦੀ ਤਰ੍ਹਾਂ ਆਪਣੇ ਵਾਲ ਖਿੱਚੇ ਤਾਂ ਇੱਕ ਗੁੱਛਾ ਮੇਰੇ ਹੱਥ 'ਚ ਆ ਗਿਆ। ਮੈਂ ਬੱਚਿਆਂ ਦੀ ਤਰ੍ਹਾਂ ਜ਼ੋਰ ਨਾਲ ਹੱਸ ਪਈ ਤੇ ਵਾਲ ਰਾਕੇਸ਼ ਨੂੰ ਦਿਖਾਏ। ਰਾਕੇਸ਼ ਹੈਰਾਨ ਸੀ, ਪਰ ਜਦੋਂ ਜ਼ਿਆਦਾ ਵਾਲ ਡਿੱਗਣੇ ਸ਼ੁਰੂ ਹੋਏ ਤਾਂ ਮਨ ਦੁਖੀ ਹੋ ਗਿਆ। ਪਰ ਰਾਕੇਸ਼ ਨੇ ਮੇਰੇ ਸਿਰ ਨੂੰ ਕਈ ਵਾਰ ਚੁੰਮ ਕੇ ਹੌਸਲਾ ਦਿੱਤਾ। ਅਗਲੇ ਦਿਨ ਜਦੋਂ ਮੈਂ ਨਹਾਉਣ ਗਈ ਤਾਂ ਵਾਲ ਦਰਖਤ ਦੇ ਪੱਤਿਆਂ ਦੀ ਤਰ੍ਹਾਂ ਝੜਨੇ ਸ਼ੁਰੂ ਹੋ ਗਏ। ਹੁਣ ਮੇਰੇ 85% ਵਾਲ ਝੜ ਗਏ ਸਨ। ਘਰ 'ਚ ਉਦਾਸੀ ਵਾਲਾ ਮਾਹੌਲ ਸੀ। ਮੇਰੀ ਮਾਂ ਰੋ ਰਹੀ ਸੀ ਤੇ ਡੈਡੀ ਤੇ ਰਾਕੇਸ਼ ਚੁੱਪ ਕਰਕੇ ਬੈਠੇ ਸਨ। ਮੈਂ ਸਵੇਰੇ ਉੱਠੀ ਤੇ ਸ਼ੀਸ਼ੇ ਵਿੱਚ ਆਪਣਾ ਚਿਹਰਾ ਵੇਖਿਆ ਤਾਂ ਸਦਮਾ ਗੋਲੀ ਦੀ ਤਰ੍ਹਾਂ ਵੱਜਿਆ। ਮੇਰਾ ਆਪਣਾ ਹੀ ਚਿਹਰਾ ਪਹਿਚਾਨ ਆਉਣਾ ਔਖਾ ਸੀ। ਮੇਰੇ ਸਿਰ ਤੇ ਸਿਰਫ ਕੁਝ ਥਾਵਾਂ ਤੇ ਲੱਟਾਂ ਬਾਕੀ ਸਨ, ਬਾਕੀ ਸਾਰਾ ਸਿਰ ਆਂਡੇ ਦੀ ਤਰ੍ਹਾਂ ਸਾਫ਼ ਸੀ। ਮੇਰੇ ਤੋਂ ਜ਼ਿਆਦਾ ਦੇਰ ਸ਼ੀਸ਼ੇ 'ਚ ਦੇਖਣਾ ਸਹਿਣ ਨਹੀਂ ਹੋਇਆ। ਹੁਣ ਮੈਨੂੰ ਉਹਨਾਂ ਮਰੀਜ਼ਾਂ ਦੇ ਕੋਈ ਹੈਰਾਨੀ ਨਹੀਂ ਸੀ ਜਿਹੜੇ ਹਸਪਤਾਲ 'ਚ ਆ ਕੇ ਵਾਲ ਖਤਮ ਹੋਣ ਬਾਰੇ ਸਵਾਲ ਪੁੱਛਦੇ ਰਹਿੰਦੇ ਸਨ। ਹੁਣ ਵੀ ਰਾਕੇਸ਼ ਹੀ ਮੇਰਾ ਸਹਾਰਾ ਬਣੇ, ਜਿਨ੍ਹਾਂ ਨੇ ਮੈਨੂੰ ਦੁਖੀ ਅਵਸਥਾ ਤੋਂ ਸਵੀਕਾਰ ਕਰਨ ਵਾਲੀ ਅਵਸਥਾ 'ਚ ਲਿਆਂਦਾ। ਉਹ ਤਾਂ ਦਿਨੋਂ ਦਿਨ ਬੜੇ ਵਧੀਆ ਦਾਰਸ਼ਨਿਕ ਬਣਦੇ ਜਾ ਰਹੇ ਸਨ। ਦਿਨ ਗੁਜ਼ਰਦੇ ਰਹੇ ਤੇ ਮੈਨੂੰ ਹੁਣ ਆਪਣੇ ਗੰਜੇ ਸਿਰ ਦੀ ਆਦਤ ਪੈਂਦੀ ਗਈ। ਮੇਰੇ ਬਾਕੀ ਸਰੀਰ, ਪਲਕਾਂ ਤੇ ਭਰਵੱਟਿਆਂ ਤੋਂ ਵੀ ਵਾਲ ਗਾਇਬ ਹੋ ਗਏ। ਹੁਣ ਮੇਰੀ ਸ਼ਕਲ ਬਹੁਤ ਹੀ ਓਪਰੀ ਨਜ਼ਰ ਆਉਂਦੀ। ਜਿੰਨੀ ਮੈਂ ਆਪਣੀ ਇਸ ਨਵੀਂ ਦਿੱਖ ਨਾਲ ਸਮਝੌਤਾ ਕਰਦੀ ਗਈ, ਓਨਾ ਹੀ ਲੋਕਾਂ ਦੀ ਸਦਮੇ ਵਾਲੀ ਪ੍ਰਤੀਕਿਰਿਆ ਹੁੰਦੀ। ਮੈਂ ਹੁਣ ਸਿਰ ਤੇ ਸਕਾਰਫ ਪਹਿਨਣ ਦਾ ਫੈਸਲਾ ਕੀਤਾ। ਉਸ ਨਾਲ ਵੀ ਗਰਮੀ ਤੇ ਬੇਚੈਨੀ ਜ਼ਿਆਦਾ ਲੱਗਦੀ। ਰੇਡੀਓ ਥੈਰੇਪੀ ਤੋਂ ਬਾਅਦ ਮੈਂ ਵਿਗ ਪਹਿਨਣਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਆਪਣੇ ਦੋਸਤਾਂ ਨੂੰ ਦੱਸਦੀ ਕਿ ਮੈਂ ਵਿਗ ਪਾਇਆ ਹੋਇਆ ਤਾਂ ਉਹਨਾਂ ਦੇ ਚਿਹਰੇ ਤੇ ਹੈਰਾਨੀ ਵੇਖ ਕੇ ਮੈਨੂੰ ਮਜ਼ਾ ਆਉਂਦਾ। ਬਾਹਰ ਜਾਣ ਸਮੇਂ ਮੈਂ ਜ਼ਰੂਰ ਵਿਗ ਪਹਿਨ ਕੇ ਜਾਂਦੀ, ਕਿਉਂਕਿ ਮੈਨੂੰ ਲੋਕਾਂ ਦੀਆਂ ਘੂਰਦੀਆਂ ਨਜ਼ਰਾਂ ਪਸੰਦ ਨਹੀਂ ਸਨ। ਕਈ ਵਾਰੀ ਮੈਨੂੰ ਵਾਲ ਜਾਣ ਬਾਰੇ, ਲੋਕਾਂ ਦੀ ਪ੍ਰਤੀਕਿਰਿਆ ਬਾਰੇ ਹੈਰਾਨੀ ਹੁੰਦੀ। ਮੈਨੂੰ ਲੱਗਦਾ ਕਿ ਲੋਕ, ਖਾਸ ਕਰਕੇ ਉਹ ਜਿਨ੍ਹਾਂ ਨੂੰ ਕੈਂਸਰ ਹੋ ਚੁੱਕਾ ਹੈ, ਵਾਲ ਉੱਡਣ ਨੂੰ ਕੁਝ ਜ਼ਿਆਦਾ ਹੀ ਮਹੱਤਵ ਦੇ ਰਹੇ ਹਨ। ਇੱਕ ਪਾਸੇ ਤਾਂ ਜ਼ਿੰਦਗੀ ਇਸ ਭਿਆਨਕ ਬਿਮਾਰੀ ਦੇ ਭਰੋਸੇ ਹੋ ਗਈ ਸੀ ਤੇ ਦੂਜੇ ਉਹ ਵਾਲ ਡਿੱਗਣ ਦੀ ਫਿਕਰ 'ਚ ਲੱਗੇ ਸਨ। ਇਹ ਸਾਰਾ ਕੁਝ ਬਹੁਤ ਹੀ ਹਾਸੋਹੀਣਾ ਨਜ਼ਰ ਆਉਂਦਾ ਸੀ। ਮੈਂ ਕੁਝ ਅਜਿਹੀਆਂ ਔਰਤਾਂ ਨੂੰ ਵੀ ਮਿਲੀਆਂ ਜਿਨ੍ਹਾਂ ਨੂੰ ਕੈਂਸਰ ਦਾ ਦੁਬਾਰਾ ਹੋਣਾ ਤਾਂ ਮਨਜ਼ੂਰ ਸੀ, ਪਰ ਉਹ ਵਾਲ ਖਤਮ ਹੋਣ ਦੇ ਡਰ ਤੋਂ ਕੀਮੋ ਕਰਾਉਣ ਲਈ ਤਿਆਰ ਨਹੀਂ ਸਨ। ਭਾਵੇਂ ਔਰਤਾਂ 35 ਸਾਲ ਦੀਆਂ ਸਨ ਜਾਂ 70 ਦੀਆਂ, ਸ਼ਹਿਰੀ ਜਾਂ ਪੇਂਡੂ, ਉਹ ਸਾਰੀਆਂ ਹੀ ਗੰਜੇ ਹੋਣ ਤੋਂ ਡਰਦੀਆਂ ਸਨ। ਮੈਂ ਉਹਨਾਂ ਦੀ ਹੌਸਲਾ ਅਫਜ਼ਾਈ ਕਰਦੀ, ਇਸ ਸਾਰੇ ਭੈ ਦੀ ਗੈਰ ਮਹੱਤਤਾ ਤੇ ਜ਼ੋਰ ਦਿੰਦੀ ਤੇ ਫਿਰ ਬਹੁਤ ਹੱਸ ਕੇ ਆਪਣਾ ਗੰਜਾ ਸਿਰ ਦਿਖਾ ਦਿੰਦੀ। ਉਹਨਾਂ ਦੀ ਹੈਰਾਨੀ ਵਾਲੀ ਪ੍ਰਤੀਕਿਰਿਆ ਤੇ ਮੈਨੂੰ ਹਾਸਾ ਆ ਜਾਂਦਾ। ਜਦੋਂ ਵੀ ਮੈਂ ਬੋਰ ਹੋ ਜਾਂਦੀ, ਕਿਸੇ ਨੂੰ ਹੈਰਾਨ ਕਰਨਾ ਹੁੰਦਾ ਤਾਂ ਆਪਣੇ ਗੰਜੇਪਨ ਦਾ ਫਾਇਦਾ ਉਠਾਉਂਦੀ।
ਭਾਵੇਂ ਬਾਜ਼ਾਰ ਹੋਵੇ ਜਾਂ ਘਰ। ਕਈ ਵਾਰੀ ਮੈਂ ਉਹਨਾਂ ਲੋਕਾਂ ਨੂੰ ਝਟਕਾ ਦਿੰਦੀ ਜਿਹੜੇ ਸਿਰਫ ਸ਼ਬਦਾਂ ਦੀ ਹਮਦਰਦੀ ਕਰ ਰਹੇ ਸਨ ਜਾਂ ਮੂਰਖਾਂ ਵਾਲੀਆਂ ਸਲਾਹ ਦੇ ਕੇ ਮੈਨੂੰ ਪਰੇਸ਼ਾਨ ਕਰ ਰਹੇ ਸਨ। ਮੇਰੀ ਛੋਟੀ ਜਿਹੀ ਭਤੀਜੀ ਸੁਨੈਨਾ ਨੂੰ ਸਮਝ ਨਹੀਂ ਸੀ ਆ ਰਹੀ ਕਿ ਮੇਰੇ ਵਾਲ ਕਿਉਂ ਨਹੀਂ ਹਨ। ਉਹ ਮੈਨੂੰ ਸਿਰਫ ਇਹ ਪੁੱਛਦੀ, ਭੂਆ ਜੀ ਤੁਸੀਂ ਕੁੜੀ ਕਦੋਂ ਬਣੋਗੇ? ਵਾਲ ਨਾ ਹੋਣ ਕਾਰਨ ਉਹਦੇ ਲਈ ਮੈਂ ਇੱਕ ਲੜਕਾ ਹੀ ਸੀ। ਆਪਣੀ ਪਹਿਲੀ ਜਮਾਤ ਦੇ ਸਾਲਾਨਾ ਸਮਾਰੋਹ 'ਚ ਉਹ ਇੱਕ ਨਾਟਕ 'ਚ ਲੱਗੀ ਤਾਂ ਉਹਨੇ ਹਰੇ ਜਾਮਨੀ ਰੰਗ ਦਾ ਪਫ ਜਿਹਾ ਸਿਰ ਤੇ ਪਾਉਣਾ ਸੀ। ਉਹ ਮੇਰੇ ਲਈ ਉਹ ਪਫ ਸੰਭਾਲ ਕੇ ਲਿਆਈ। ਕਿਉਂਕਿ ਉਹਦੀ ਭੂਆ ਦੇ ਵਾਲ ਨਹੀਂ ਸਨ, ਉਹਨੇ ਸਮੱਸਿਆ ਦਾ ਕਿੰਨਾ ਆਸਾਨ ਹੱਲ ਲੱਭਿਆ ਸੀ। ਜਦੋਂ ਮੇਰੇ ਵਾਲ ਖਤਮ ਹੋਏ ਤਾਂ ਅਚਾਨਕ ਮੇਰੇ ਦੁਆਲੇ ਗੱਲਬਾਤ ਦਾ ਵਿਸ਼ਾ ਇਹੀ ਰਹਿ ਗਿਆ, ਹੁਣ ਉਹ ਵਾਲ ਕਿੰਨੇ ਕੁ ਹਨ, ਨਰਮ ਹਨ ਜਾਂ ਸਖਤ, ਕਿਹੜਾ ਤੇਲ ਵਰਤ ਰਹੀਆਂ ਆਦਿ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਮੇਰੇ ਆਪਣੇ ਵਾਲ ਆਉਂਦਿਆਂ ਹੀ ਮੈਨੂੰ ਬਿਮਾਰੀ ਤੋਂ ਮੁਕਤੀ ਮਿਲ ਜਾਏਗੀ ਤੇ ਮੈਨੂੰ ਇਹਦੇ ਬਾਰੇ ਫਿਕਰ ਕਰਨ ਦੀ ਲੋੜ ਨਹੀਂ ਰਹਿਣੀ। ਇਸ ਤਰ੍ਹਾਂ ਲੱਗਦਾ ਸੀ ਕਿ ਮੇਰੀ ਬਿਮਾਰੀ ਵਾਲਾਂ ਤੇ ਨਿਰਭਰ ਹੈ। ਜਿੰਨੇ ਵਾਲ ਲੰਮੇ ਹੋਣਗੇ ਉਨੀ ਮੇਰੀ ਬਿਮਾਰੀ ਖਤਮ ਹੋ ਜਾਏਗੀ। ਇੱਕ ਵਾਰੀ ਮੈਂ ਊਨਾ ਵਿੱਚ ਮਾਂ ਜੀ ਦੀ ਸਹੇਲੀ ਦੇ ਘਰ ਗਈ ਤਾਂ ਮੇਰਾ ਤਜਰਬਾ ਬਹੁਤ ਮਾੜਾ ਰਿਹਾ। ਉਸ ਬਜ਼ੁਰਗ ਔਰਤ ਦਾ ਵੀ ਕੈਂਸਰ ਦਾ ਇਲਾਜ ਚੱਲਿਆ ਸੀ। ਉਹਨਾਂ ਨੇ ਅਚਾਨਕ ਮੇਰਾ ਉਹ ਦੁਪੱਟਾ ਖਿੱਚ ਕੇ ਲਾ ਦਿੱਤਾ ਜਿਸ ਨਾਲ ਮੈਂ ਸਿਰ ਢਕਿਆ ਹੋਇਆ ਸੀ। ਮੈਨੂੰ ਇੱਕਦਮ ਉਹਨਾਂ ਦੇ ਬੇਟਿਆਂ ਤੇ ਵਹੁਟੀਆਂ ਸਾਹਮਣੇ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਮੈਨੂੰ ਨੰਗਾ ਕਰ ਦਿੱਤਾ ਗਿਆ ਹੋਵੇ। ਮੇਰੇ ਤੋਂ ਉਹਨਾਂ ਦੇ ਚਿਹਰੇ ਤੇ ਆਏ ਤਰਸ, ਹੈਰਾਨੀ ਤੇ ਨਫ਼ਰਤ ਦੀ ਪ੍ਰਤੀਕਿਰਿਆ ਸਹਿਣ ਨਾ ਹੋਈ। ਆਪਣੇ ਗੰਜੇਪਨ ਕਰਕੇ ਮੈਂ ਪਹਿਲੀ ਵਾਰੀ ਨੰਗੀ ਮਹਿਸੂਸ ਕੀਤਾ ਤੇ ਮੇਰੀਆਂ ਅੱਖਾਂ 'ਚ ਹੰਝੂ ਆ ਗਏ। ਅੰਗ 15ਵਾਂ। ਅਸੀਂ ਸਾਰੇ ਬੜੇ ਨਾਜ਼ੁਕ ਜਿਹੇ ਧਾਗੇ ਹਾਂ, ਪਰ ਸਾਰਿਆਂ ਦੇ ਰਲਣ ਨਾਲ ਕਿੰਨਾ ਖੂਬਸੂਰਤ ਕੱਪੜਾ ਤਿਆਰ ਹੋ ਜਾਂਦਾ ਹੈ। ਜੈਰੀ ਐਲਿਸ। ਦੁਨੀਆ 'ਚ ਸਭਨਾਂ ਤੋਂ ਔਖਾ ਹਿਸਾਬ ਇਹੀ ਹੈ ਕਿ ਤੁਸੀਂ ਰੱਬ ਦੀਆਂ ਦਿੱਤੀਆਂ ਨੇਮਤਾਂ ਦੀ ਗਿਣਤੀ ਕਰਨਾ ਸਿੱਖ ਲਓ। ਐਰਿਕ ਹੋਫਰ। ਪਰਿਵਾਰ ਤੇ ਦੋਸਤ, ਤਾਕਤ ਤੇ ਸਹਾਰਾ। ਜਦੋਂ ਅਸੀਂ RGCI ਦਿੱਲੀ ਤੋਂ ਦੂਜੀ ਥਾਂ ਦੀ ਸਲਾਹ ਲੈ ਕੇ ਵਾਪਸ ਆਏ ਤਾਂ ਮੇਰੀ ਜ਼ਿੰਦਗੀ ਦੇ ਹਰ ਮਹੱਤਵਪੂਰਨ ਵਿਅਕਤੀ ਨੂੰ ਦੱਸਿਆ ਗਿਆ ਕਿ ਮੈਨੂੰ ਕੈਂਸਰ ਹੈ। ਹੁਣ ਕਿਸੇ ਤਰ੍ਹਾਂ ਦੀ ਸ਼ੰਕਾ ਨਹੀਂ ਰਹਿ ਗਈ ਸੀ। ਮੈਂ ਰਾਕੇਸ਼ ਨੂੰ ਕਹਿ ਦਿੱਤਾ ਕਿ ਉਹ ਸਾਰੇ ਪਰਿਵਾਰ ਤੇ ਦੋਸਤਾਂ ਨੂੰ ਇਸ ਬਾਰੇ ਦੱਸ ਦੇਣ। ਮੈਂ ਚਾਹੁੰਦੀ ਸੀ ਮੇਰੇ ਸਾਰੇ ਨਜ਼ਦੀਕੀ ਵਿਅਕਤੀ ਇਸ ਸੱਚਾਈ ਤੋਂ ਜਾਣੂ ਹੋਣ। ਮੈਂ ਸੱਚਾਈ ਛੁਪਾਉਣ ਜਾਂ ਪੂਰੀ ਤਸਵੀਰ ਨਾ ਦਿਖਾਉਣ ਦਾ ਬੋਝ ਨਹੀਂ ਰੱਖਣਾ ਚਾਹੁੰਦੀ ਸੀ। ਇਹਦਾ ਇਹ ਮਤਲਬ ਨਹੀਂ ਕਿ ਮੈਂ ਉਹਨਾਂ ਦੀ ਹਮਦਰਦੀ ਜਾਂ ਤਰਸ ਚਾਹੁੰਦੀ ਸੀ, ਪਰ ਉਹਨਾਂ ਦੀ ਸਹੂਲਤ ਲਈ ਮੈਂ ਝੂਠ ਵੀ ਨਹੀਂ ਬੋਲ ਸਕਦੀ ਸੀ। ਮੇਰੇ ਮਾਤਾ ਪਿਤਾ ਜਦੋਂ ਸ਼ੁਰੂ 'ਚ ਇਹਨੂੰ ਨਾ ਸਵੀਕਾਰ ਕਰਦੇ ਹੋਏ ਕਹਿੰਦੇ ਕਿ ਕੁਝ ਵੀ ਮਾੜਾ ਨਹੀਂ ਹੋਏਗਾ ਤਾਂ ਮੈਨੂੰ ਖਿਝ ਆਉਂਦੀ। ਉਹ ਕਹਿੰਦੇ ਰਹਿੰਦੇ, ਫਿਕਰ ਨਾ ਕਰ, ਸਭ ਠੀਕ ਹੋ ਜਾਏਗਾ, ਇਸ ਵੱਲ ਧਿਆਨ ਨਾ ਦੇ। ਮੈਨੂੰ ਅੰਦਰੋਂ ਲੱਗਦਾ ਹੈ ਕਿ ਤੂੰ ਇਹਦੀ ਹੱਕਦਾਰ ਨਹੀਂ, ਰੱਬ ਸਾਰਾ ਕੁਝ ਠੀਕ ਕਰੇਗਾ। ਮੇਰੇ ਲਈ ਅਜਿਹੇ ਵਾਕਾਂ ਨੂੰ ਸੁਣਨਾ ਬਹੁਤ ਔਖਾ ਸੀ। ਮੈਨੂੰ ਗੁੱਸਾ ਆਉਂਦਾ ਸੀ ਕਿ ਸਭ ਤੋਂ ਮਾੜਾ ਤਾਂ ਹੋ ਗਿਆ ਤੇ ਇਹ ਹਾਲੇ ਵੀ ਆਪਣੇ ਮਨ ਤੇ ਅੱਖਾਂ ਨੂੰ ਜਾਣ-ਬੁੱਝ ਕੇ ਬੰਦ ਕਰੀ ਬੈਠੇ ਹੈ। ਜਦੋਂ ਮੈਨੂੰ ਵੀ ਅਜਿਹਾ ਕਰਨ ਲਈ ਕਹਿੰਦੇ ਤਾਂ ਮੈਨੂੰ ਗੁੱਸਾ ਆ ਜਾਂਦਾ। ਮੈਂ ਚਾਹੁੰਦੀ ਸੀ ਕਿ ਉਹ ਇਸ ਸੱਚਾਈ ਦਾ ਸਾਹਮਣਾ ਕਰਨ। ਅਸਲ 'ਚ ਕਸੂਰ ਉਹਨਾਂ ਦਾ ਵੀ ਨਹੀਂ ਸੀ, ਉਹ ਤਾਂ ਮੈਨੂੰ ਸ਼ਾਂਤ ਤੇ ਉਤਸ਼ਾਹਿਤ ਕਰਨਾ ਚਾਹੁੰਦੇ ਸਨ। ਪਰ ਉਹ ਜਦੋਂ ਕੋਰਾ ਝੂਠ ਬੋਲ ਦਿੰਦੇ ਤਾਂ ਮੈਂ ਪਰੇਸ਼ਾਨ ਹੋ ਜਾਂਦੀ। ਦੂਜੇ ਨਜ਼ਦੀਕੀ ਰਿਸ਼ਤੇਦਾਰ ਵੀ ਮੈਨੂੰ ਰੱਬ ਤੇ ਵਿਸ਼ਵਾਸ ਕਰਦੇ ਹੋਏ ਰਿਪੋਰਟਾਂ ਗਲਤ ਨਿਕਲਣ ਦੀ ਆਸ ਰੱਖਣ ਲਈ ਕਹਿੰਦੇ। ਅਜਿਹੀਆਂ ਗੱਲਾਂ ਨਾਲ ਮੈਨੂੰ ਉਹਨਾਂ ਤੇ ਤਰਸ ਤੇ ਗੁੱਸਾ ਦੋਵੇਂ ਆਉਂਦੇ। ਹੁਣ ਜਦੋਂ ਅਸੀਂ RGCI ਤੋਂ ਕੈਂਸਰ ਦੀ ਰਿਪੋਰਟ ਪੁਖਤਾ ਹੋਣ ਤੋਂ ਬਾਅਦ ਵਾਪਸ ਆਏ ਤਾਂ ਮੈਂ ਫੈਸਲਾ ਕਰ ਲਿਆ ਕਿ ਮੈਂ ਕਿਸੇ ਨਾਲ, ਮਾਂ ਜੀ, ਪਿਤਾ ਜੀ, ਭੈਣ ਭਰਾ ਤੇ ਦੋਸਤ, ਕਿਸੇ ਨਾਲ ਵੀ ਫੋਨ ਤੇ ਗੱਲ ਨਹੀਂ ਕਰਾਂਗੀ। ਅਜਿਹੇ ਫੋਨ ਮਾਨਸਿਕ ਤੇ ਸਰੀਰਕ ਤੌਰ ਤੇ ਤਕਲੀਫ ਦਿੰਦੇ ਹਨ। ਇਸ ਤੋਂ ਇਲਾਵਾ ਮੈਨੂੰ ਲੱਗਦਾ ਸੀ ਕਿ ਹੁਣ ਗੱਲਾਂ ਕਰਨ ਨੂੰ ਰਹੀ ਕੁਝ ਨਹੀਂ ਗਿਆ। ਫੋਨ ਨਾਲੋਂ ਆਮੋ ਸਾਹਮਣੇ ਅਜਿਹੀ ਗੱਲ ਜ਼ਿਆਦਾ ਸੌਖੀ ਹੁੰਦੀ ਹੈ। ਮੈਂ ਉਹੀ ਕਿਸੇ ਪਿਟੇ ਵਾਕ, ਪਰਵਾਹ ਨਾ ਕਰ, ਰੱਬ ਤੇਰੇ ਨਾਲ ਹੈ, ਕੁਝ ਨਹੀਂ ਹੋਏਗਾ, ਸੁਣਨ ਨੂੰ ਤਿਆਰ ਨਹੀਂ ਸੀ। ਕਈ ਰਿਸ਼ਤੇਦਾਰ ਤੇ ਦੋਸਤਾਂ ਨੂੰ ਮੇਰਾ ਇਹ ਫੈਸਲਾ ਵੀ ਸਵੀਕਾਰ ਕਰਨਾ ਔਖਾ ਲੱਗਿਆ। ਇਸ ਸਭ ਤੋਂ ਬਾਅਦ ਇਹ ਕਹਿਣਾ ਵੀ ਅਜੀਬ ਲੱਗਦਾ ਹੈ ਕਿ ਮੈਂ ਖੁਸ਼ਕਿਸਮਤ ਹਾਂ, ਪਰ ਮੇਰੀ ਖੁਸ਼ਕਿਸਮਤੀ ਇਹ ਹੈ ਕਿ ਮੇਰੇ ਦੁਆਲੇ ਇੰਨੇ ਵਿਰਲੇ ਕਿਸਮ ਦੇ ਵਧੀਆ ਲੋਕ ਹਨ। ਸ਼ਾਲਿਨੀ।
ਉਹਦੀ ਦੋਸਤੀ ਤੇ ਮੈਨੂੰ ਮਾਣ ਹੈ। ਉਹਨੇ ਮੈਨੂੰ ਉਮੀਦ ਤੋਂ ਵੱਧ ਸਹਿਯੋਗ ਦਿੱਤਾ। ਮੈਨੂੰ ਆਪਣੇ ਪਤੀ ਤੇ ਬੱਚਿਆਂ ਵਾਲਾ ਪਿਆਰ ਦਿੰਦੀ ਰਹੀ। ਉਹ RGCI ਤੇ PGI 'ਚ ਮੇਰੇ ਇਲਾਜ ਸਮੇਂ ਇਕੱਲੀ ਆ ਕੇ ਰਹੀ ਤੇ ਮੇਰੇ ਇਲਾਜ ਨਾਲ ਰਾਕੇਸ਼ ਕੋਲ ਪੈਸਿਆਂ ਦੀ ਪੇਸ਼ਕਸ਼ ਵੀ ਕੀਤੀ। ਉਹਦੇ ਪਤੀ ਨੂੰ ਸ਼ਿਮਲਾ ਵਿੱਚ ਇਕੱਲੇ 6 ਸਾਲ ਦੇ ਬੱਚੇ ਨੂੰ ਸੰਭਾਲਣਾ ਪਿਆ। ਉਹ ਮੇਰੀ ਮਾਲਿਸ਼ ਕਰਦੀ ਤੇ ਹਰ ਤਰ੍ਹਾਂ ਨਾਲ ਮੇਰੀ ਮਦਦ ਕਰਦੀ। ਹੁਣ 3 ਸਾਲਾਂ ਮਗਰੋਂ ਜਦੋਂ ਮੈਂ ਉਹਨੂੰ ਕੁਰੇਦ ਕੇ ਪੁੱਛਿਆ ਤਾਂ ਉਹਨੇ ਦੱਸਿਆ ਕਿ ਮੇਰੀ ਬਿਮਾਰੀ ਦਾ ਉਸ ਉੱਤੇ ਬਹੁਤ ਡੂੰਘਾ ਅਸਰ ਪਿਆ ਸੀ। ਉਹਨੂੰ ਲੱਗਿਆ ਕਿ ਜੇਕਰ ਮੈਂ ਮਰ ਗਈ ਤਾਂ ਉਹਦੀ ਜ਼ਿੰਦਗੀ ਦੀ ਰੌਣਕ ਹੀ ਖਤਮ ਹੋ ਜਾਏਗੀ। ਮੈਂ ਹੈਰਾਨ ਸੀ, ਮੈਂ ਤਾਂ ਇੰਨੇ ਪਿਆਰ ਦੇ ਕਾਬਿਲ ਹੀ ਨਹੀਂ। ਪਰ ਨਹੀਂ, ਉਹ ਮੇਰੇ ਇਲਾਜ ਦੌਰਾਨ ਦਿਨ ਰਾਤ ਘੰਟਿਆਂ ਬੱਧੀ ਪੂਜਾ ਕਰਦੀ, ਮਹਾਮ੍ਰਿਤੁੰਜੇ ਦਾ ਪਾਠ ਕਰਦੀ। ਉਸ ਸਮੇਂ ਉਹਨੂੰ ਆਪਣੀ ਜ਼ਿੰਦਗੀ ਨਾਲ ਮੋਹ ਹੀ ਨਹੀਂ ਰਿਹਾ ਸੀ। ਦੀਪਸ਼ਿਖਾ ਵੀ RGCI 'ਚ ਪਰੇਸ਼ਾਨੀ ਵਾਲੇ ਸਾਰੇ ਦਿਨ ਦੌਰਾਨ ਸਾਡੇ ਨਾਲ ਰਹੀ। ਹਾਂ, ਇਸ ਚੀਜ਼ ਦੀ ਉਮੀਦ ਮਾਤਾ ਪਿਤਾ, ਪਤੀ, ਭਰਾ, ਭੈਣ ਤੇ ਬੱਚਿਆਂ ਤੋਂ ਤਾਂ ਰੱਖੀ ਜਾ ਸਕਦੀ ਹੈ, ਪਰ ਸਹੇਲੀਆਂ ਵੱਲੋਂ ਅਜਿਹਾ ਸਹਿਯੋਗ ਵਿਰਲੇ ਨੂੰ ਹੀ ਮਿਲਦਾ ਹੈ। ਤੇ ਪਿਆਰੀ ਸਨੇਹ ਮੈਨੂੰ ਕੋਈ ਹੈਰਾਨੀ ਨਹੀਂ ਹੋਈ ਜਦੋਂ ਉਹਨੇ ਅਮਰੀਕਾ 'ਚ ਆਪਣੇ ਪਤੀ ਨੂੰ ਉਹਦੀ ਭਾਰਤ ਲਈ ਟਿਕਟ ਬੁੱਕ ਕਰਵਾਉਣ ਲਈ ਕਿਹਾ ਤਾਂ ਕਿ ਉਹ ਮੇਰੇ ਕੋਲ ਪਹੁੰਚ ਸਕੇ। ਇਹ ਤਾਂ ਜਦੋਂ ਰਾਕੇਸ਼ ਨੇ ਦ੍ਰਿੜਤਾ ਨਾਲ ਉਹਨੂੰ ਪ੍ਰੋਗਰਾਮ ਕੈਂਸਲ ਕਰਨ ਲਈ ਕਿਹਾ ਤਾਂ ਹੀ ਉਹ ਮੰਨੀ। ਉਹਨੇ ਮੈਨੂੰ ਅਮਰੀਕਾ ਤੋਂ ਕਿਤਾਬਾਂ, ਬ੍ਰੈਸਟ ਪੈਡ, ਇੱਥੋਂ ਤੱਕ ਕਿ ਸਿਲਿਕਾਨ ਪੈਡ ਵੀ ਭੇਜੇ। ਜਦੋਂ ਮੈਂ ਉਹਨੂੰ 30,000 ਰੁਪਏ ਭੇਜਣੇ ਚਾਹੇ ਕਿਉਂਕਿ ਇਹ ਉਹਦੇ ਪਤੀ ਦੇਵੇਸ਼ ਦੀ ਬੜੀ ਮਿਹਨਤ ਦੀ ਕਮਾਈ ਸੀ, ਤਾਂ ਉਹਨੇ ਇਹ ਕਹਿ ਕੇ ਰੋਕ ਦਿੱਤਾ ਕਿ ਇਸ ਤਰ੍ਹਾਂ ਉਹਨੂੰ ਬੜਾ ਦੁੱਖ ਹੋਏਗਾ। ਉਹਨੂੰ ਪਤਾ ਸੀ ਕਿ ਇਸ ਬਿਮਾਰੀ ਦਾ ਇਲਾਜ ਬਹੁਤ ਮਹਿੰਗਾ ਹੈ ਤੇ ਉਹਨੂੰ ਇਹੀ ਫਿਕਰ ਸੀ ਕਿ ਰਾਕੇਸ਼ ਕੋਲ ਇੰਨੇ ਪੈਸੇ ਹੋਣਗੇ ਵੀ ਜਾਂ ਨਹੀਂ। ਉਹਨੇ ਦੇਵੇਸ਼ ਤੋਂ ਇਸ ਇਲਾਜ ਦਾ ਅੰਦਾਜ਼ਨ ਖਰਚਾ ਪੁੱਛਿਆ ਤਾਂ ਉਹਨੇ 30-35 ਲੱਖ ਦੱਸਿਆ। ਸਨੇਹ ਦਾ ਮਨ ਵੇਖ ਕੇ ਉਹ ਆਪਣੇ ਸ਼ਿਮਲਾ ਵਾਲੇ ਘਰ ਨੂੰ ਵੇਚਣ ਲਈ ਤਿਆਰ ਸੀ। ਸਨੇਹ ਨੇ ਕਿਹਾ, ਜਿਹੜਾ ਵਿਅਕਤੀ 30 ਲੱਖ ਦੀ ਰਕਮ ਇਕੱਠੀ ਕਰਨ ਦੀ ਸੋਚ ਰਿਹਾ ਸੀ ਉਸ ਲਈ 30,000 ਰੁਪਏ ਤਾਂ ਮਾਮੂਲੀ ਰਕਮ ਹੈ। ਗੋਪਾਲ ਤੇ ਕਲਪਨਾ ਨੇ ਆਪਣੀ 2 ਸਾਲ ਦੀ ਬੇਟੀ ਮਾਤਾ ਪਿਤਾ ਕੋਲ ਛੱਡੀ ਤਾਂ ਕਿ ਕੀਮੋ ਸਮੇਂ ਮੇਰੇ ਨਾਲ ਰਹਿ ਸਕਣ। ਇਸ ਤੋਂ ਇਲਾਵਾ ਕਿੰਨੇ ਹੀ ਦੋਸਤ ਮਿੱਤਰ ਹਰ ਤਰ੍ਹਾਂ ਦੀ ਮਦਦ ਦੀ ਆਫਰ ਲਈ ਤਿਆਰ ਸਨ। ਅਸ਼ੋਕ, ਸਪਨਾ, ਜਯੋਤੀ, ਸ਼ੇਖਰ ਲਗਾਤਾਰ ਦਿੱਲੀ ਤੋਂ 6 ਮਹੀਨੇ ਤੱਕ ਰੋਜ਼ ਮੇਰਾ ਹਾਲ ਚਾਲ ਪੁੱਛਦੇ ਰਹੇ। ਆਨੰਦ ਦੇ ਘਰ 'ਚ ਮੈਨੂੰ ਪੂਰਾ ਆਰਾਮ ਮਿਲਿਆ। ਲਿਵਲੀਨ ਤੇ ਉਹਨਾਂ ਦੇ ਬੱਚੇ ਮਨੂ ਤੇ ਭੂਪੇਸ਼ ਹਰ ਸੇਵਾ ਲਈ ਤਿਆਰ ਰਹਿੰਦੇ। ਉਹਨਾਂ ਨੇ ਬਹੁਤੇ ਜ਼ਿਆਦਾ ਉਲਰਨ ਦੀ ਥਾਂ ਤੇ ਸਧਾਰਨ ਤਰੀਕੇ ਨਾਲ ਵਿਵਹਾਰ ਕੀਤਾ। ਉਹਨਾਂ ਦਾ ਤਰੀਕਾ ਫਿਕਰ ਨਾ ਕਰ, ਕੁਝ ਗਲਤ ਨਹੀਂ ਹੋਏਗਾ ਦੀ ਥਾਂ ਇਹ ਸੋਚ ਵਾਲਾ ਸੀ, ਦੇਖੋ ਇਹ ਹੋਇਆ ਹੈ, ਹੁਣ ਇਹ ਦੇਖੀਏ ਕਿ ਕਰਨਾ ਕੀ ਹੈ। ਉਹਨਾਂ ਦੇ ਪ੍ਰੈਕਟੀਕਲ ਵਿਵਹਾਰ ਨੇ ਮੇਰੀ ਸੋਚ ਵਿੱਚ ਵੀ ਤਬਦੀਲੀ ਲਿਆਂਦੀ। ਬਾਕੀਆਂ ਦੇ ਇੱਕ ਮਾਂ-ਬਾਪ ਹੋਣ ਦੀ ਥਾਂ ਖੁਸ਼ਕਿਸਮਤੀ ਨਾਲ ਮੇਰੇ ਘੱਟੋ ਘੱਟ 6 ਮਾਪੇ ਸਨ। ਸਰ ਕਹਿੰਦੇ, ਕੈਸ਼ ਦੀ ਫਿਕਰ ਨਾ ਕਰੋ, ਜੋ ਮੇਰੇ ਕੋਲ ਹੈ ਜੇਕਰ ਹੁਣ ਨਾ ਵਰਤਿਆ ਤਾਂ ਕਦੋਂ ਵਰਤਾਂਗਾ। ਸ਼ਸ਼ੀਕਾਂਤ ਦੇ ਪਿਤਾ ਜੀ ਨੇ ਕਿਹਾ ਕਿ ਉਹ 2 ਲੱਖ ਦੀ FD ਤੁੜਵਾ ਕੇ ਪੈਸੇ ਭੇਜ ਦੇਣਗੇ। ਅਸ਼ਵਨੀ ਦੀ ਮਾਂ ਨੇ ਕਿਹਾ ਕਿ ਉਹ ਕਰਜ਼ਾ ਲੈ ਲੈਣਗੇ। ਦੀਪਸ਼ਿਖਾ ਦੀ ਮੰਮੀ, ਜਿਹੜੀ ਖੁਦ ਮਰਨ ਕਿਨਾਰੇ ਸੀ, ਮੈਨੂੰ ਦੇਖਣ ਲਈ ਦਿੱਲੀ ਆਉਣਾ ਚਾਹੁੰਦੇ ਸੀ। ਉਹ ਦੀਪਸ਼ਿਖਾ ਦੀ ਥਾਂ ਮੇਰਾ ਹਾਲ ਚਾਲ ਪੁੱਛਦੇ। ਆਨੰਦ ਦੇ ਮਾਤਾ ਪਿਤਾ ਨੇ ਮੈਨੂੰ ਬਿਨਾਂ ਕਿਸੇ ਫਿਕਰ ਦੇ ਦਿੱਲੀ 'ਚ ਉਹਨਾਂ ਕੋਲ ਪੂਰਾ 1 ਸਾਲ ਰਹਿ ਕੇ ਇਲਾਜ ਉੱਥੇ ਹੀ ਪੂਰਾ ਕਰਨ ਲਈ ਕਿਹਾ। ਕਲਪਨਾ ਦੇ ਪਿਤਾ ਜੀ, ਜੋ ਖੁਦ ਬਹੁਤ ਬਿਮਾਰ ਸਨ, ਮੈਨੂੰ ਹੌਸਲਾ ਦੇਣ ਲਈ ਚੰਡੀਗੜ੍ਹ ਆਉਣਾ ਚਾਹੁੰਦੇ ਸੀ। ਮੇਰੇ ਸਹੁਰਾ ਸਾਹਿਬ ਨੇ ਰਾਕੇਸ਼ ਨੂੰ ਕਿਹਾ ਕਿ ਪੈਸਿਆਂ ਲਈ ਉਹ ਘਰ ਵੇਚ ਦੇਣਗੇ, ਪਰ ਇਲਾਜ ਸਭ ਤੋਂ ਵਧੀਆ ਹੀ ਕਰਵਾਉਣਾ। ਕਿੰਨੇ ਇੱਕ ਸਹੁਰਾ ਪਰਿਵਾਰ ਆਪਣੇ ਨੂੰਹ ਲਈ ਬੁਢਾਪੇ 'ਚ ਆਪਣਾ ਇੱਕੋ ਇੱਕ ਘਰ ਵੇਚਣ ਨੂੰ ਤਿਆਰ ਹੁੰਦੇ ਆ। ਮੇਰਾ ਇਲਾਜ ਪੂਰਾ ਹੋਣ ਤੇ ਉਹਨਾਂ ਨੇ ਸਾਈਂ ਬਾਬਾ ਦਾ ਸ਼ੁਕਰਾਨਾ ਕਰਨ ਲਈ 500 ਰੁਪਏ ਪਿੰਡ 'ਚ ਵੰਡੇ। ਮਾਂ ਜੀ ਬਾਰ-ਬਾਰ ਇਹੀ ਸਵਾਲ ਕਰਦੇ ਕਿ ਇਹ ਮੇਰੇ ਨਾਲ ਕਿਉਂ ਹੋ ਗਿਆ ਤੇ ਰੱਬ ਨੂੰ ਪ੍ਰਾਰਥਨਾ ਕਰਦੇ ਕਿ ਇਹ ਬਿਮਾਰੀ ਉਹਨਾਂ ਦੀ ਨੂੰਹ ਦੀ ਥਾਂ ਉਹਨਾਂ ਨੂੰ ਹੋ ਜਾਏ। ਇਹ ਪ੍ਰਾਰਥਨਾ ਪੂਰੇ ਇਲਾਜ ਦੇ ਦੌਰਾਨ ਮੈਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਰਹੀ। ਫਿਰ ਮੇਰੀ ਭੈਣ, ਉਹ ਆਪਣੇ ਬਿਮਾਰ ਪਤੀ ਨੂੰ ਛੱਡ ਕੇ ਕੀਮੋ ਦੌਰਾਨ ਮੇਰੇ ਕੋਲ ਰਹਿਣ ਆਈ। ਮੇਰਾ ਛੋਟਾ ਭਰਾ ਤੇ ਉਹਦਾ ਪਰਿਵਾਰ 1 ਮਹੀਨਾ ਪਹਿਲਾਂ ਹੀ ਸਿੰਗਾਪੁਰ ਵਾਪਸ ਗਏ ਸਨ ਤੇ ਆਪਣੇ ਦੋਸਤਾਂ ਤੋਂ ਪੈਸੇ ਉਧਾਰ ਲੈ ਕੇ ਵਾਪਸ ਭਾਰਤ ਆਏ।
ਮੇਰੇ ਵੱਡੇ ਭਰਾ ਦੇ ਘਰ ਮੈਂ ਚੰਡੀਗੜ੍ਹ ਕਈ ਮਹੀਨੇ ਰਹੀ ਤੇ ਪੂਰੇ ਸਮੇਂ ਦੌਰਾਨ ਉਹਨਾਂ ਨੇ ਆਪਣੇ ਘਰ ਤੋਂ ਵੱਧ ਸਹੂਲਤਾਂ ਦਿੱਤੀਆਂ। ਮੇਰੇ ਮਾਤਾ ਪਿਤਾ ਮੇਰੇ ਨਾਲ ਪੂਰਾ ਸਮਾਂ ਰਹੇ ਤੇ 6 ਮਹੀਨੇ ਤੱਕ ਉਹਨਾਂ ਨੇ ਡਾਕਟਰਾਂ ਵਾਲੇ ਮਾਸਕ ਪਾ ਕੇ ਰੱਖੇ, ਜਿਹੜਾ ਕਿ ਬਹੁਤ ਔਖਾ ਕੰਮ ਹੈ। ਇਸ ਤੋਂ ਇਲਾਵਾ ਚਮਨ ਸਿੰਘ ਵੀਰ ਜੀ, ਜਿਹੜੇ ਕੁਝ ਮਹੀਨੇ ਪਹਿਲਾਂ ਰਿਟਾਇਰ ਹੋਏ ਸੀ, ਆਪਣੀ ਗ੍ਰੈਜੂਟੀ ਦੇ ਸਾਰੇ ਪੈਸੇ ਦੇਣ ਲਈ ਤਿਆਰ ਸੀ। ਇਹੀ ਹਾਲ ਨੰਦ ਲਾਲ ਸ਼ਰਮਾ, ਕੌਸ਼ਿਕ ਹੋਰਾਂ ਦਾ ਸੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। 6 ਮਹੀਨੇ ਤੱਕ ਮੈਂ ਡੱਕਾ ਵੀ ਨਹੀਂ ਤੋੜਿਆ ਤੇ ਰਾਣੀ ਦੀ ਤਰ੍ਹਾਂ ਮੇਰੀ ਸੇਵਾ ਹੁੰਦੀ ਰਹੀ। ਰਿਸ਼ਤੇਦਾਰ ਅਤੇ ਮਿੱਤਰ ਉਸ ਸਮੇਂ ਇੱਕ ਨਹੀਂ ਬਲਕਿ 3-4 ਰਹਿ ਰਹੇ ਸਨ। ਮੈਨੂੰ ਰੱਬ 'ਚ ਵਿਸ਼ਵਾਸ ਨਹੀਂ, ਪਰ ਮੇਰੇ ਦੁਆਲੇ ਬਹੁਤ ਵਿਅਕਤੀ ਪ੍ਰਾਰਥਨਾ ਕਰ ਰਹੇ ਸਨ, ਸੁਖਣਾ ਸੁਖ ਰਹੇ ਸਨ। ਸਾਰੇ ਪਰਿਵਾਰ ਆਪਣਿਆਂ ਲਈ ਤਾਂ ਅਜਿਹਾ ਕੁਝ ਕਰਦੇ ਹੀ ਹਨ, ਪਰ ਦੂਜਿਆਂ ਲਈ ਕੋਈ ਨਹੀਂ ਕਰਦਾ। ਮੇਰੀ ਸਰਜਰੀ ਵਾਲੇ ਦਿਨ ਕਲਪਨਾ ਨੇ ਆਪਣੇ ਘਰ ਭਜਨ, ਅਸ਼ਵਨੀ ਦੀ ਮਾਂ ਨੇ ਪਾਠ ਤੇ ਸ਼ਸ਼ੀਕਾਂਤ ਦੀ ਮਾਂ ਨੇ ਪੂਜਾ ਕਰਾਈ ਸੀ। ਵੱਡੀ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਕੋਈ ਵੀ ਦਿਖਾਵੇਬਾਜ਼ੀ ਨਹੀਂ ਸੀ। ਪੂਰਾ ਸਾਲ ਮੈਨੂੰ ਇੱਕ ਵਾਰੀ ਵੀ ਇੰਜ ਨਹੀਂ ਲੱਗਿਆ ਕਿ ਮੇਰੀ ਦੇਖਭਾਲ ਕਰਨ ਵਾਲਾ ਕੋਈ ਨਹੀਂ। ਇਸ ਤੋਂ ਇਲਾਵਾ ਕਿਨਾਰੇ ਤੇ ਬੈਠੇ ਲੋਕ, ਗੁਆਂਢੀ, ਸਹਿਕਰਮੀ, ਲੇਖਕ ਤੇ ਹੋਰ ਜਾਣ ਪਛਾਣ ਵਾਲੇ ਜਦੋਂ ਵੀ ਲੋੜ ਹੁੰਦੀ ਪਹੁੰਚ ਜਾਂਦੇ ਸਨ। ਹੁਣ ਮੇਰੇ ਪਤੀ ਰਾਕੇਸ਼ ਮੇਰੀ ਸੇਵਾ ਕਰਨਾ ਉਹਨਾਂ ਲਈ 24 ਘੰਟੇ ਦਾ ਕੰਮ ਸੀ। ਉਹ ਮੇਰੇ ਕੋਲ ਸੌਂਦੇ, ਮੇਰਾ ਪਾਸਾ ਲੈਣ ਤੇ ਵੀ ਮੇਰਾ ਹੱਥ ਫਿਰ ਸਿਰ ਤੇ ਪਲੋਸਦੇ। ਪਹਿਲਾਂ ਉਹਨਾਂ ਨੂੰ ਨੀਂਦ ਬਹੁਤ ਪਿਆਰੀ ਸੀ, ਪਰ ਮੇਰੇ ਲਈ ਉਹ 24 ਘੰਟੇ ਦੇ ਚੌਕੀਦਾਰ ਬਣ ਗਏ। ਮੈਂ ਸੋਚਦੀ ਹਾਂ ਕਿ ਮੈਂ ਜ਼ਰੂਰ ਹੀ ਪਿਛਲੇ ਜਨਮ 'ਚ ਮੋਤੀ ਪੁੰਨ ਕੀਤੇ ਹੋਣੇ ਆ ਕਿ ਮੈਨੂੰ ਇਹੋ ਜਿਹਾ ਪਤੀ ਮਿਲਿਆ ਹੈ। ਇਹ ਸਾਰੇ ਵਿਅਕਤੀਆਂ ਨੂੰ ਮਿਲਾ ਕੇ ਅਜਿਹਾ ਪਿਆਰ ਭਰਿਆ ਗਰੁੱਪ ਬਣ ਗਿਆ ਕਿ ਇਸ ਤੋਂ ਵਧੀਆ ਹੋ ਹੀ ਨਹੀਂ ਸਕਦਾ। ਇਹ ਉਹਨਾਂ ਦਾ ਸਿਰਫ ਪਿਆਰ ਸੀ ਜੋ ਇਸ ਤਰ੍ਹਾਂ ਮੇਰੀ ਸੇਵਾ ਕਰਵਾ ਰਿਹਾ ਸੀ। ਜਦੋਂ ਤੁਹਾਨੂੰ ਇੰਨੀ ਭਿਆਨਕ ਬਿਮਾਰੀ ਹੋਵੇ ਤਾਂ ਤੁਹਾਡੇ ਲਈ ਤੁਹਾਡੀ ਦਿੱਖ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ, ਪਰ ਦੂਜਿਆਂ ਦੀ ਜ਼ਰੂਰ ਫਰਕ ਪੈਂਦਾ ਹੈ। ਹੁਣ 2 ਸਾਲਾਂ ਬਾਅਦ ਮੈਨੂੰ ਮਹਿਸੂਸ ਹੁੰਦਾ ਹੈ, ਜਦੋਂ ਮੈਂ ਪਹਿਲੀ ਵਾਰੀ ਮਾਲ, ਲਾਇਬ੍ਰੇਰੀ ਜਾਂ ਕਿਸੇ ਦੇ ਘਰ ਜਾਣ ਲਈ ਨਿਕਲਣਾ ਸ਼ੁਰੂ ਕੀਤਾ ਸੀ ਤਾਂ ਮੈਨੂੰ ਦੇਖ ਕੇ ਚੌਂਕ ਜਾਂਦੇ ਸੀ। ਮੈਂ ਸੋਚੀ ਪੈ ਜਾਂਦੀ ਕਿ ਉਹ ਮੈਨੂੰ ਤੁਰਦੀ ਬੋਲਦੀ ਨੂੰ ਦੇਖ ਕੇ ਹੈਰਾਨ ਸਨ, ਪਰ ਅਸਲ 'ਚ ਉਹ ਮੇਰੀ ਸ਼ਕਲ ਵੇਖ ਕੇ ਹੀ ਹੈਰਾਨ ਹੁੰਦੇ, ਪਰ ਜਲਦੀ ਆਪਣੀ ਅਜਿਹੀ ਪ੍ਰਤੀਕਿਰਿਆ ਨੂੰ ਲੁਕਾ ਲੈਂਦੇ। ਸਰੀਰਕ ਤੌਰ ਤੇ ਮੇਰਾ ਹਾਲ ਬਹੁਤ ਮਾੜਾ ਲੱਗਾ ਹੋਵੇਗਾ। ਉਸ ਵੇਲੇ ਰੁੱਖੀ ਭੈੜੀ ਰੰਗ ਦੀ ਚਮੜੀ, ਸਿਰ ਤੇ ਵਾਲ ਨਹੀਂ ਤੇ ਇੱਥੋਂ ਤੱਕ ਕਿ ਪਲਕਾਂ ਤੇ ਭਰਵੱਟਿਆਂ ਤੇ ਵੀ ਨਹੀਂ। ਪਰ ਮੈਂ ਆਪਣੇ ਸਾਰੇ ਨਜ਼ਦੀਕੀ ਪਰਿਵਾਰ ਦੀ ਅਹਿਸਾਨ ਮੰਨਦਾ ਕਿ ਕਿਸੇ ਨੇ ਇੱਕ ਵਾਰੀ ਵੀ ਮੈਨੂੰ ਇਹ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੇਰਾ ਹਾਲ ਕਿੰਨਾ ਮਾੜਾ ਹੈ। ਉਹਨਾਂ ਦਾ ਤਾਂ ਦਿਲੋਂ ਪਿਆਰ ਉਲਰ ਪੈ ਰਿਹਾ ਸੀ। ਕੋਈ 6 ਮਹੀਨੇ ਬਾਅਦ ਮੈਂ ਖੁਦ ਨੂੰ ਸ਼ੀਸ਼ੇ 'ਚ ਦੇਖਣਾ ਸ਼ੁਰੂ ਕੀਤਾ। ਉਸ ਸਮੇਂ ਤਾਂ ਬਸ ਨਾ ਕੰਘੀ ਕਰਨ ਦੀ ਲੋੜ ਸੀ ਤੇ ਪਲਕਾਂ ਦੇ ਵਾਲ ਨਾ ਹੋਣ ਕਾਰਨ ਨਾ ਕੱਜਲ ਪਾਉਣ ਦੀ ਲੋੜ ਸੀ। ਕਿਸੇ ਨੇ ਸੱਚ ਹੀ ਕਿਹਾ ਕਿ ਪਿਆਰ ਵਿੱਚ ਦਿੱਖ ਦਾ ਕੋਈ ਫਰਕ ਹੀ ਨਹੀਂ ਪੈਂਦਾ। ਅਖੀਰਲਾ ਅੰਗ 16ਵਾਂ। ਜ਼ਿੰਦਗੀ ਚੱਲਦੀ ਰਹਿੰਦੀ ਹੈ। ਜ਼ਿੰਦਗੀ ਦੇ ਪੂਰੇ ਸਬਕ ਨੂੰ ਮੈਂ 3 ਸ਼ਬਦਾਂ 'ਚ ਬਿਆਨ ਕਰ ਸਕਦਾ ਹਾਂ। ਜ਼ਿੰਦਗੀ ਚੱਲਦੀ ਰਹਿੰਦੀ ਹੈ। ਰਾਬਰਟ ਫਰੋਸਟ। ਮੇਰੇ ਦਿਨ। ਕੈਂਸਰ ਤੋਂ ਪਹਿਲਾਂ ਮੈਂ ਹਮੇਸ਼ਾ ਥੋੜ੍ਹੇ ਸਮੇਂ 'ਚ ਬਹੁਤੇ ਕੰਮ ਕਰਨ ਲਈ ਬੇਚੈਨ ਰਹਿੰਦੀ ਸੀ। ਮੈਨੂੰ ਲੱਗਦਾ ਸੀ ਕਿ ਦਿਨ 'ਚ ਸਿਰਫ 24 ਘੰਟੇ ਹੀ ਕਿਉਂ ਹਨ। ਮੈਂ ਸਵੇਰੇ 5 ਵਜੇ ਉੱਠਦੀ, ਅੱਧਾ ਘੰਟਾ ਥੋੜ੍ਹਾ ਯੋਗ ਵਗੈਰਾ ਕਰਕੇ ਆਪਣੀਆਂ ਕਿਤਾਬਾਂ ਲੈ ਕੇ ਬੈਠ ਜਾਂਦੀ, 7:30 ਤੋਂ 9:30 ਤੱਕ ਖਾਣਾ ਵਗੈਰਾ ਬਣਾਉਂਦੀ, ਤਿਆਰ ਹੋ ਕੇ 10:15 ਵਜੇ 1 ਘੰਟਾ ਤੁਰ ਕੇ ਲਾਇਬ੍ਰੇਰੀ ਜਾਂਦੀ, 4 ਵਜੇ ਉੱਥੇ ਰੁਕ ਕੇ ਫਿਰ 1 ਘੰਟਾ ਤੁਰ ਕੇ ਘਰ ਆ ਕੇ ਰਸੋਈ 'ਚ ਥੋੜ੍ਹਾ ਕੰਮ ਕਰਦੀ। ਰਾਕੇਸ਼ ਨਾਲ ਖਾਣਾ ਖਾਣ ਮਗਰੋਂ ਦੋਵੇਂ ਮਾਲ ਤੇ ਸੈਰ ਕਰਨ ਜਾਂਦੇ, 9:30 ਵਜੇ ਵਾਪਸ ਆ ਕੇ 10 ਵਜੇ ਤੱਕ ਸੌਂ ਜਾਂਦੀ। ਇਸ ਸਮੇਂ ਦੌਰਾਨ ਕਿੰਨੇ ਹੀ ਫੋਨ ਕਰਨੇ, ਸਵੇਰੇ ਸ਼ਾਮ ਸਰ ਨੂੰ ਮਿਲਣਾ, ਪਰ ਕਿਉਂਕਿ 18 ਕਿਲੋਮੀਟਰ ਤੁਰਨ ਸਮੇਤ ਇੰਨਾ ਕੁਝ ਕਰਨਾ ਹੁੰਦਾ ਸੀ, ਇਸ ਲਈ ਸਾਰਾ ਕੁਝ ਬਹੁਤ ਛੇਤੀ ਕਰਦੀ। ਮੈਨੂੰ ਯਾਦ ਹੈ ਕਿ ਬਿਮਾਰੀ ਪਤਾ ਲੱਗਣ ਤੋਂ ਕੁਝ ਦਿਨ ਪਹਿਲਾਂ ਸੀਮਾ ਦੀਦੀ ਦਾ SMS ਆਇਆ, ਇੰਨੇ ਜ਼ਿਆਦਾ ਬਿਜ਼ੀ ਨਾ ਰਿਹਾ ਕਰੋ ਕਿ ਪਤਾ ਹੀ ਨਾ ਚੱਲੇ ਕਿ ਕਿਹੜੇ ਕੰਮ 'ਚ ਬਿਜ਼ੀ ਹੋ।
ਕੁਝ ਸਮਾਂ ਜ਼ਿੰਦਗੀ ਦੇ ਬਾਰੇ ਵੀ ਸੋਚੋ। ਇਹ ਨਾ ਭੁੱਲ ਜਾਓ ਕਿ ਤੁਸੀਂ ਇਹ ਸਭ ਕਿਉਂ ਕਰ ਰਹੇ ਹੋ। ਇਹ SMS ਮੇਰੇ ਰੁਝੇਵੇਂ ਭਰੀ ਜ਼ਿੰਦਗੀ ਲਈ ਬਿਲਕੁਲ ਫਿੱਟ ਬੈਠਦਾ ਸੀ। ਥੋੜੇ ਦਿਨਾਂ ਬਾਅਦ ਹੀ ਕੈਂਸਰ ਦਾ ਪਤਾ ਲੱਗਣ ਮਗਰੋਂ ਮੇਰਾ ਰੋਜ਼ਾਨਾ ਦਾ ਹਿਸਾਬ ਕਿਤਾਬ ਬਦਲ ਗਿਆ। 26 ਜੁਲਾਈ ਤੋਂ 9 ਅਗਸਤ ਸਰਜਰੀ ਵਾਲੇ ਦਿਨ ਸੌਣਾ, ਨੀਂਦਰੇ ਹੀ ਤੁਰ ਲੈਣਾ, ਰਾਕੇਸ਼ ਦੀਆਂ ਗੱਲਾਂ ਸੁਣਦੇ ਰਹਿਣਾ, ਟੈਸਟਾਂ ਲਈ ਜਾਣਾ। ਹੁਣ ਮਿੰਟ, ਘੰਟੇ, ਦਿਨ ਜਾਂ ਰਾਤ ਦਾ ਕੋਈ ਹਿਸਾਬ ਨਹੀਂ ਸੀ। ਸਮਾਂ ਇੰਨਾ ਹੌਲੀ ਹੌਲੀ ਚੱਲ ਰਿਹਾ ਸੀ ਕਿ ਥੋੜੇ ਜਿਹੇ ਦਿਨ ਕਈ ਵਰ੍ਹੇ ਲੱਗਦੇ ਸਨ। 9 ਅਗਸਤ ਤੋਂ 3 ਸਤੰਬਰ 50 ਘੰਟੇ ਬਾਅਦ ਬਾਂਹ ਦੀ ਕਸਰਤ, ਰਾਕੇਸ਼ ਦੀਆਂ ਗੱਲਾਂ ਸੁਣਨੀਆਂ ਤੇ ਬਿਮਾਰੀ ਦੇ ਕਿਉਂ ਤੇ ਕਿਵੇਂ ਬਾਰੇ ਸੋਚਦੀ ਰਹਿੰਦੀ। 4 ਸਤੰਬਰ ਤੋਂ 4 ਜਨਵਰੀ ਇਹ ਸਮਾਂ ਬਹੁਤ ਸਖਤਾਈ ਨਾਲ ਸਮੇਂ ਸਿਰ ਕਰਨ ਦਾ ਸੀ। ਸਵੇਰੇ ਸਵੇਰੇ ਵੱਤ ਲੈ ਉਲਟੀਆਂ ਕਰਨ ਮਗਰੋਂ 5 ਵਜੇ ਉੱਠਣਾ, ਅੱਧਾ ਲੀਟਰ ਪਾਣੀ ਪੀਣਾ, 10 ਮਿੰਟਾਂ ਲਈ ਡਿੱਗਦੇ ਢਹਿੰਦੇ ਕਮਰੇ 'ਚ ਗੇੜੇ ਕੱਢਣੇ, ਫਿਰ ਥੱਕ ਕੇ 15-20 ਮਿੰਟ ਯੋਗਾ ਕਰਨ ਦੀ ਕੋਸ਼ਿਸ਼ ਕਰਨੀ, ਫਿਰ ਕੋਈ ਤਰਲ ਪਦਾਰਥ ਲੈਣਾ, ਬਾਂਹ ਦੀ ਕਸਰਤ, ਸੌਣਾ, ਖਾਣਾ ਪੀਣਾ, ਪਾਣੀ ਪੀਣਾ, ਵਾਸ਼ਰੂਮ ਜਾਣਾ, ਨਹਾਉਣਾ, ਕਮਰੇ 'ਚ ਹੀ ਤੁਰਨਾ। ਇਸ ਤਰ੍ਹਾਂ ਪਹਿਲੇ 7 ਦਿਨ ਚੱਲਦਾ ਰਿਹਾ। ਅਗਲੇ 10 ਤੋਂ 12 ਦਿਨ ਥੋੜੀ ਜਿਹੀ ਰੂਟੀਨ ਬਦਲ ਜਾਂਦਾ। ਕਮਰਿਆਂ ਤੋਂ ਬਾਹਰ ਵੀ ਥੋੜੀ ਸੈਰ ਕਰਨੀ, ਯੋਗ ਕੁਝ ਜ਼ਿਆਦਾ ਤਰੀਕੇ ਨਾਲ ਕਰਨਾ, ਲੈਪਟਾਪ ਤੇ ਕੋਈ ਅੱਧੀ ਕੁ ਫਿਲਮ ਦੇਖ ਲੈਣੀ, ਥੋੜਾ ਜਿਹਾ ਕੁਝ ਪੜ੍ਹਨਾ। ਇਹਨਾਂ ਦਿਨਾਂ 'ਚ ਦਰਦਾਂ ਕਾਰਨ ਕਰਾਉਣਾ ਕੁਝ ਘਟ ਜਾਂਦਾ ਸੀ। ਇਸ ਤੋਂ ਮਗਰੋਂ ਰੇਡੀਏਸ਼ਨ ਸਮੇਂ ਤੱਕ ਕਾਫੀ ਤਬਦੀਲੀ ਆ ਗਈ। ਸਵੇਰੇ ਉੱਠਣਾ, 45 ਮਿੰਟਾਂ ਦੀ ਸੈਰ, 30 ਮਿੰਟਾਂ ਤੱਕ ਯੋਗ, ਮੇਜ਼ ਤੇ ਪਰਿਵਾਰ ਨਾਲ ਬੈਠਣਾ, 10 ਵਜੇ ਰੇਡੀਏਸ਼ਨ ਲਈ PGI ਜਾਣਾ, ਮਾਰਕੀਟ 'ਚ ਘੁੰਮਣਾ, ਦੁਪਹਿਰ 1 ਵਜੇ ਵਾਪਸ ਆਉਣਾ, 2 ਘੰਟੇ ਸੌਣਾ, ਫਿਰ ਉੱਠ ਕੇ ਖਾਣਾ ਪੀਣਾ, ਥੋੜੀ ਜਿਹੀ ਸੈਰ, ਥੋੜਾ TV, ਬੈਠ ਕੇ ਵੀਰ ਜੀ ਜਾਂ ਹੋਰਨਾਂ ਨਾਲ ਗੱਲਾਂ ਕਰਨੀਆਂ, ਰਾਕੇਸ਼ ਦੀਆਂ ਗੱਲਾਂ ਸੁਣਨੀਆਂ ਤੇ ਸੌਂ ਜਾਣਾ। ਰੇਡੀਏਸ਼ਨ ਦੇ ਸਮੇਂ ਦੌਰਾਨ ਹੀ ਮੇਰੀ ਸ਼ਕਲ ਇੱਕ ਬਿਮਾਰ ਦੀ ਸ਼ਕਲ ਤੋਂ ਸਿਹਤ ਵਾਲੀ ਸ਼ਕਲ ਹੁੰਦੀ ਗਈ। ਇਸ ਸਮੇਂ ਬਹੁਤ ਸਾਰੀ ਸੈਰ, ਦਿਨ 'ਚ ਸਿਰਫ 2 ਘੰਟੇ ਸੌਣਾ, ਹਰੇਕ ਦੇ ਨਾਲ ਬੈਠ ਕੇ ਗੱਲਬਾਤ ਕਰਨੀ, ਤੇ ਫਿਰ ਹੁਣ ਉਹ ਪਰੇਸ਼ਾਨ ਕਰਨ ਵਾਲੇ ਮਾਸਕ ਵੀ ਨਹੀਂ ਸਨ। ਹੁਣ ਤਾਂ ਕਰੀਬ 5 ਮਹੀਨਿਆਂ ਮਗਰੋਂ ਬਾਹਰ ਦੀਆਂ ਚੀਜ਼ਾਂ, ਸੌਫਟੀ, ਮੂੰਗਫਲੀ, ਪਕੌੜੇ ਵਗੈਰਾ ਵੀ ਖਾਣੇ ਸ਼ੁਰੂ ਕਰ ਦਿੱਤੇ। ਹੁਣ ਮੇਰੀ ਡਰੈਸ ਵੀ ਪਹਿਲਾਂ ਵਾਲੀ ਹੀ ਆ ਗਈ, ਜੀਨ ਤੇ ਹੋਰ ਚੰਗੇ ਕੱਪੜੇ। ਹੁਣ ਮੈਂ ਇਸ ਤਰ੍ਹਾਂ ਹੱਸਦੀ ਜਿਵੇਂ ਕੁਝ ਹੋਇਆ ਹੀ ਨਹੀਂ। ਹੁਣ ਮੇਰੀਆਂ ਕਈ ਯੋਜਨਾਵਾਂ ਸਨ, ਸਮਾਜ ਸੇਵਾ, ਟਰੈਕਿੰਗ, ਕਿਤਾਬਾਂ, ਜ਼ਿੰਦਗੀ ਨੂੰ ਭਰਪੂਰ ਜਿਉਣਾ, ਰਾਕੇਸ਼ ਤੇ ਦੋਵੇਂ ਪਾਸੇ ਦੇ ਮਾਤਾ ਪਿਤਾ, ਸਰ ਤੇ ਦੋਸਤਾਂ ਨੂੰ ਜ਼ਿਆਦਾ ਪਿਆਰ ਦੇਣਾ ਤੇ ਪਰੇਸ਼ਾਨੀ ਦੇਣ ਵਾਲੇ ਕੰਮਾਂ ਲਈ ਨਾ ਕਹਿਣਾ। ਰੇਡੀਏਸ਼ਨ ਵਾਲੇ 25 ਦਿਨਾਂ ਨਾਲ ਮੇਰੇ 'ਚ ਜਾਨ ਪੈ ਗਈ। ਹੁਣ ਮੈਂ ਨਾ ਤਾਂ ਕੈਂਸਰ ਦੀ ਮਰੀਜ਼ ਸੀ ਤੇ ਨਾ ਹੀ ਬਿਮਾਰੀ ਤੋਂ ਪਹਿਲਾਂ ਵਾਲਾ ਰੂਪ। ਹੁਣ ਤਾਂ ਮੈਂ ਨਵੇਂ ਹੀ ਅਵਤਾਰ 'ਚ ਸੀ। ਜਦੋਂ ਅਸੀਂ ਰੇਡੀਏਸ਼ਨ ਪੂਰੀ ਹੋਣ ਤੋਂ ਬਾਅਦ ਫਰਵਰੀ ਦੇ ਮੱਧ 'ਚ ਸ਼ਿਮਲੇ ਪਹੁੰਚੇ ਤਾਂ ਮੈਂ ਪੂਰੀ ਤਰ੍ਹਾਂ ਬਦਲ ਚੁੱਕੀ ਸੀ। ਹੁਣ ਮੈਂ ਆਪਣੀ ਕਿਸਮਤ ਨੂੰ ਸਵੀਕਾਰ ਕਰਕੇ ਜ਼ਿੰਦਗੀ 'ਚ ਮਿਲੀਆਂ ਨੇਮਤਾਂ ਨੂੰ ਗਿਣਨਾ ਸ਼ੁਰੂ ਕਰ ਦਿੱਤਾ। ਹੁਣ ਮੈਨੂੰ ਪਤਾ ਸੀ ਕਿ ਜ਼ਿੰਦਗੀ 'ਚ ਕਿਹੜੀਆਂ ਚੀਜ਼ਾਂ ਨੂੰ ਅਹਿਮੀਅਤ ਦੇਣੀ ਹੈ। ਮੈਂ ਫੈਸਲਾ ਕਰ ਲਿਆ ਕਿ ਹੁਣ ਮੈਂ ਬਿਨਾਂ ਕਿਸੇ ਵਾਧੂ ਹਮਦਰਦੀ ਜਾਂ ਤਰਸ ਦੇ ਆਪਣੇ ਸੇਵਾ ਟਰਸਟ ਰਾਹੀਂ ਕੈਂਸਰ ਦੇ ਦੂਜੇ ਮਰੀਜ਼ਾਂ ਦੀ ਮਦਦ ਕਰਨੀ ਹੈ। ਆਪਣਾ ਧਿਆਨ ਰੱਖਣਾ ਹੈ, ਅੱਗੇ ਬਾਰੇ ਵੀ ਸੋਚਣਾ ਹੈ। ਅਸੀਂ 160 ਵਿਅਕਤੀਆਂ ਦੀ ਇੱਕ ਪਾਰਟੀ ਦਾ ਵੀ ਪ੍ਰਬੰਧ ਕੀਤਾ, ਜਿਸ 'ਚੋਂ ਸਾਰੇ ਲੋਕ ਸਨ ਜਿਨ੍ਹਾਂ ਨੇ ਉਹਨਾਂ ਨੂੰ 6 ਮਹੀਨਿਆਂ 'ਚ ਆਪਣਾ ਯੋਗਦਾਨ ਪਾਇਆ ਸੀ। ਮਕਸਦ ਸੀ ਬਿਮਾਰੀ ਤੇ ਦਰਦ ਨੂੰ ਪਿੱਛੇ ਛੱਡ ਕੇ ਜ਼ਿੰਦਗੀ ਦੀ ਖੁਸ਼ੀ ਮਨਾਉਣੀ ਤੇ ਇਵੇਂ ਨਵੇਂ ਅਧਿਆਏ ਦੀ ਸ਼ੁਰੂਆਤ ਕਰਨੀ। ਇਸ ਤੋਂ ਬਾਅਦ ਫਿਰ ਮੇਰਾ ਰੂਟੀਨ ਬਦਲ ਗਿਆ। ਕਰੀਬ 7 ਮਹੀਨਿਆਂ ਬਾਅਦ ਮੈਂ ਤੇ ਰਾਕੇਸ਼ ਇਕੱਲੇ ਸੀ। ਹੁਣ ਮੈਂ ਆਪਣੇ ਬਾਰੇ ਸੋਚਣਾ ਸੀ, ਆਪਣਾ ਧਿਆਨ ਰੱਖਣਾ ਸੀ। ਹੁਣ ਕਈ ਨਵੀਆਂ ਗੱਲਾਂ ਦੀ ਸ਼ੁਰੂਆਤ ਹੋਈ। ਕੈਂਸਰ ਤੋਂ ਬਾਅਦ ਇਨਸਾਨ ਦਾ ਪੁਨਰ ਜਨਮ ਹੁੰਦਾ ਹੈ। ਫਰਕ ਸਿਰਫ ਇਹ ਹੈ ਕਿ ਪੈਦਾ ਹੋਣ ਤੋਂ ਬਾਅਦ ਤੁਹਾਨੂੰ ਪਹਿਲੀਆਂ ਗੱਲਾਂ ਯਾਦ ਨਹੀਂ ਹੁੰਦੀਆਂ। ਤੁਹਾਡੀ ਪਹਿਲੀ ਉਬਾਸੀ, ਪਹਿਲੀ ਮੁਸਕਾਨ, ਪਹਿਲਾ ਹਾਸਾ, ਪਹਿਲਾ ਸ਼ਬਦ, ਪਹਿਲਾ ਕਦਮ ਆਦਿ। ਪਰ ਕੈਂਸਰ ਤੋਂ ਬਾਅਦ ਦੀ ਜ਼ਿੰਦਗੀ ਸਮੇਂ ਤੁਹਾਨੂੰ ਸਾਰਾ ਕੁਝ ਯਾਦ ਹੁੰਦਾ ਹੈ। ਹਾਂ, ਮੈਨੂੰ ਆਪਣਾ ਇਸ ਪੁਨਰ ਜਨਮ ਦੀ ਹਰ ਪਹਿਲੀ ਗੱਲ ਯਾਦ ਹੈ। ਪਹਿਲੀ ਵਾਰੀ ਜਦੋਂ ਮੈਂ ਕੈਂਸਰ ਸ਼ਬਦ ਕਿਹਾ, ਪਹਿਲੀ ਵਾਰੀ ਜਦੋਂ ਮੈਂ ਆਪਣੇ ਕਿਸੇ ਸ਼ੁਭ ਚਿੰਤਕ ਨਾਲ
ਫੋਨ ਤੇ ਇਹਦੇ ਬਾਰੇ ਗੱਲ ਕੀਤੀ। ਪਹਿਲੀ ਵਾਰੀ ਜਦੋਂ ਮੇਰੇ ਵਾਲ ਡਿੱਗਣੇ ਸ਼ੁਰੂ ਹੋਏ, ਜਦੋਂ ਮੈਂ ਪਹਿਲੀ ਵਾਰੀ ਵਿਗ ਪਾਇਆ, ਫਿਰ ਪਹਿਲੀ ਵਾਰੀ ਜਦੋਂ ਵਾਲ ਮੁੜ ਉੱਗਣੇ ਸ਼ੁਰੂ ਹੋਏ, ਜਦੋਂ ਮੈਂ ਮੁੜ ਆਪਣੇ ਪਰਿਵਾਰ ਨਾਲ ਡਾਈਨਿੰਗ ਟੇਬਲ ਤੇ ਬੈਠੀ, ਪਹਿਲੀ ਫਿਲਮ ਦੇਖੀ, ਪਹਿਲੀ ਵਾਰੀ ਮਾਸਕ ਨਹੀਂ ਪਾਇਆ ਤੇ ਬਾਜ਼ਾਰ ਗਈ, ਤੇ ਪਹਿਲੀ ਵਾਰੀ ਮੁੜ ਆਪਣੀ ਕਿਤਾਬ ਵਿਸਪਰਿੰਗ ਦੇਵਦਾਸ ਤੇ ਕੰਮ ਸ਼ੁਰੂ ਕੀਤਾ। ਪਹਿਲੀ ਵਾਰੀ ਖੁਦ ਇਕੱਲੀ ਨੇ ਨਹਾ ਕੇ ਖੁਦ ਕੱਪੜੇ ਪਾਏ, ਮੁੜ ਵਾਲਾਂ ਨੂੰ ਤੇਲ ਲਾਇਆ, ਮੁੜ ਸ਼ਿਮਲਾ ਆਈ, ਮੁੜ ਐਡਵਾਂਸਡ ਇੰਸਟੀਚਿਊਟ ਪੈਦਲ ਗਈ। ਪਹਿਲੀ ਵਾਰੀ ਜਦੋਂ ਰਾਹ 'ਚ 15-20 ਵਾਰੀ ਰੁਕ ਕੇ ਮਾਲ ਤੱਕ ਪਹੁੰਚੀ ਤੇ ਫਿਰ ਪਹਿਲੀ ਵਾਰੀ ਬਿਨਾਂ ਰੁਕੇ ਮਾਲ ਤੱਕ ਗਈ। ਪਹਿਲੀ ਵਾਰੀ ਡਿੱਗਦੀ ਬਰਫ਼ 'ਚ ਜਾ ਕੇ ਆਨੰਦ ਮਾਣਿਆ, ਪਹਿਲੀ ਵਾਰੀ ਖੁਦ ਦਾਲ ਤੇ ਪੁਲਾਓ ਬਣਾਇਆ, ਮੁੜ ਪਹਿਲੀ ਵਾਰੀ ਕਿਸੇ ਵਿਆਹ ਤੇ ਗਏ, ਪਹਿਲੀ ਵਾਰੀ ਮੁੜ ਸਵਿਮਿੰਗ ਟਰੈਕਿੰਗ ਕੀਤੀ, ਸਕੁਐਸ਼ ਖੇਡੀ। ਪਹਿਲੀ ਵਾਰੀ ਦਾ ਇੰਨਾ ਕੁਝ ਮੇਰੇ ਦਿਮਾਗ ਤੇ ਉਕਰਿਆ ਹੋਇਆ ਹੈ ਕਿ 100 ਪੇਜ ਵੀ ਇਹ ਸਭ ਲਿਖਣ ਲਈ ਘੱਟ ਪੈ ਜਾਣਗੇ। ਇਹ ਸਾਰੇ ਪਹਿਲੀ ਵਾਰੀ ਹੋਏ ਕੰਮਾਂ ਨੇ ਮੈਨੂੰ ਮੁੜ ਰੋਜ਼ਾਨਾ ਜ਼ਿੰਦਗੀ 'ਚ ਲਿਆ ਦਿੱਤਾ ਤੇ ਮੈਂ ਹਰ ਇੱਕ ਦਿਨ ਦਾ ਮਹੱਤਵ ਸਮਝ ਗਈ। ਇਹ ਚੱਕਰ ਵੀ ਪੂਰਾ ਹੋ ਗਿਆ ਹੈ। ਮੇਰੀ ਕੈਂਸਰ ਰਿਪੋਰਟ ਆਉਣ ਦੀ ਸਾਲਗਿਰਾ, ਫਿਰ ਪਹਿਲੀ ਕੀਮੋ, ਆਖਰੀ ਕੀਮੋ, ਰੇਡੀਏਸ਼ਨ ਪੂਰੀ ਹੋਣਾ ਤੇ ਹਰਸੈਪਟਨ ਦੇ ਟੀਕੇ ਪੂਰੇ ਹੋਣੇ। ਇਸ ਤਰ੍ਹਾਂ 3 ਸਾਲ ਪੂਰੇ ਹੋ ਚੁੱਕੇ ਹਨ ਤੇ ਮੇਰੀ ਜ਼ਿੰਦਗੀ ਅੱਗੇ ਤੁਰਦੀ ਜਾ ਰਹੀ ਹੈ। ਧੰਨਵਾਦ ਤੇ ਸਮਾਪਤ।